ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਦੀ ਤਰਿਆ ਰੇ। ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਪਰਿਆ ਰੇ। ਧੰਨ ਵਾਹਿਗੁਰੂ ਸਾਹਿਬ ਜੀ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜ਼ੋਰ, ਅਸੰਖ ਗਾਲ ਵੱਢ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਾਲ ਭਖ ਖਾਹੇ, ਅਸੰਖ ਨਿੰਦਕ ਸਿਰ ਕਰੈ ਭਾਰ, ਨਾਨਕ ਨੀਚ ਕਹੈ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਵਾਰਿਆ ਨ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਦੀਨ ਦੁਨੀ ਦੇ ਮਾਲਕ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅੰਮ੍ਰਿਤਮਈ ਪਾਵਨ ਬੋਲਾਂ ਦੀ ਵਿਚਾਰ ਦੇ ਨਾਲ, ਸਤਿਗੁਰੂ ਦੇ ਪਾਵਨ ਉਪਦੇਸ਼ ਨਾਲ ਸਾਂਝ ਬਣਾ ਰਹੇ ਗੁਰੂ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਨੋ, ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਸਤਿਗੁਰੂ ਜੀ ਦੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਪਾਵਨ ਪਵਿੱਤਰ ਬਾਣੀ ਜਪ, ਜੋ ਕਿ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਆਰੰਭ ਵਿੱਚ ਸੁਭਾਏਮਾਨ ਹੈ, ਜਿਸ ਦੀ ਲੜੀਵਾਰ ਕਥਾ ਵਿਚਾਰ ਆਪ ਸਰਬੱਤ ਸੰਗਤਾਂ ਨਿਤਾ ਪ੍ਰਤੀ ਸ਼ਰਵਣ ਕਰਦੇ ਹੋ। ਇਸ ਪਾਵਨ ਬਾਣੀ ਦੀਆਂ 17 ਪੌੜੀਆਂ ਦੀ ਕਥਾ ਵਿਚਾਰ ਨਿਰੰਤਰ ਆਪ ਜੀ ਨੇ ਸ਼ਰਵਣ ਕੀਤੀ ਹੈ। ਜਿਸ ਪਾਵਨ ਪੌੜੀ ਦਾ ਪਾਠ ਆਪ ਜੀ ਨੇ ਸੁਣਿਆ ਹੈ, 18ਵੀਂ ਪੌੜੀ ਹੈ। ਸੰਖੇਪ ਮਾਤਰ ਥੋੜਾ ਕੁ ਵਿਚਾਰ ਪਹਿਲਾਂ ਹੋ ਚੁੱਕੀਆਂ ਪਾਵਨ ਪੌੜੀਆਂ ਬਾਬਤ ਸਾਂਝੀ ਕਰ ਲਈਏ, ਤਾਂ ਕਿ ਸਾਡੇ ਮਨ ਅੰਦਰ, ਸਾਡੇ ਹਿਰਦੇ ਅੰਦਰ ਇਸ ਗੱਲ ਦਾ ਅਹਿਸਾਸ ਤੇ ਵਿਚਾਰ ਟਿਕ ਜਾਏ ਕਿ ਜਿਸ ਪਾਵਨ ਬਾਣੀ ਦੀ ਵਿਚਾਰ ਆਪਾਂ ਨਿਰੰਤਰ ਲੜੀਵਾਰ ਕਰ ਰਹੇ ਹਾਂ, ਇਸ ਪਾਵਨ ਬਾਣੀ ਦੇ ਅੰਦਰ ਸਾਨੂੰ ਮੁੱਖ ਨੁਕਤਾ, ਮੁੱਖ ਗੱਲ, ਕੇਂਦਰੀ ਵਿਚਾਰ ਕਿਹੜਾ ਦ੍ਰਿੜ ਕਰਵਾਇਆ ਗਿਆ ਹੈ। ਸਤਿਗੁਰੂ ਜੀ ਨੇ ਜ਼ਿਕਰ ਕੀਤਾ, ਕਿਮ ਸਚਿਆਰਾ ਹੋਈਐ ਕਿਮ ਕੂੜੈ ਟੁੱਟੈ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਮੰਜ਼ਿਲ ਦੱਸੀ ਗਈ ਹੈ ਸਚਿਆਰ ਹੋਣ ਦੀ, ਜੁਗਤ ਦੱਸੀ ਗਈ ਹੈ ਹੁਕਮ ਵਿੱਚ ਚੱਲਣ ਦੀ। ਅਕਾਲ ਪੁਰਖ ਦਾ ਐਸਾ ਹੁਕਮ ਜਿਹੜਾ ਕਹਿਆ ਨਹੀਂ ਜਾ ਸਕਦਾ, ਜਿਹੜਾ ਬਿਆਨ ਨਹੀਂ ਕੀਤਾ ਜਾ ਸਕਦਾ, ਹੁਕਮ ਨਾ ਕਹਿਆ ਜਾਈ। ਜੀਵ ਉਸ ਹੁਕਮ ਦੇ ਸਾਹਮਣੇ ਆਪਣੇ ਆਪ ਨੂੰ ਕਿਵੇਂ ਸਮਰਪਿਤ ਕਰ ਸਕਦਾ ਹੈ, ਕਿਵੇਂ ਆਪਣੇ ਆਪ ਨੂੰ ਉਸ ਵਿਸ਼ਾਲ ਹੁਕਮ ਦੇ ਅਧੀਨ ਰੱਖ ਕੇ ਆਪਣਾ ਜੀਵਨ ਸਚਿਆਰਾ ਬਣਾ ਸਕਦਾ ਹੈ। ਸਤਿਗੁਰੂ ਜੀ ਐਸੀ ਜੁਗਤ ਆਪਣੀ ਮੁਬਾਰਕ ਬਾਣੀ ਦੇ ਰਾਹੀਂ ਸਾਨੂੰ ਲੜੀਵਾਰ ਇਹਨਾਂ ਪੌੜੀਆਂ ਦੇ ਰਾਹੀਂ ਦ੍ਰਿੜ ਕਰਵਾਉਂਦੇ ਆ ਰਹੇ ਨੇ। ਜਿਸ ਪਾਵਨ ਪੌੜੀ ਦਾ ਪਾਠ ਆਪ ਜੀ ਨੇ ਸ਼ਰਵਣ ਕੀਤਾ ਹੈ, ਇਹ 3 ਪੌੜੀਆਂ ਦਾ ਇੱਕ ਜੁਟ ਹੈ, ਇੱਕ ਸੰਗ੍ਰਹਿ ਹੈ, ਜਿਸ ਵਿੱਚ ਇੱਕ ਸ਼ਬਦ ਸਤਿਗੁਰੂ ਜੀ ਨੇ ਬਾਰ-ਬਾਰ ਦੁਹਰਾਇਆ ਹੈ, ਅਸੰਖ। ਅਸੰਖ ਦਾ ਅਰਥ ਹੁੰਦਾ ਹੈ ਅਣਗਿਣਤ, ਜਿਹੜੀ ਚੀਜ਼ ਗਿਣਤੀ ਵਿੱਚ ਨਹੀਂ, ਜਿਸ ਬਾਬਤ ਸਾਡਾ ਅੰਦਾਜ਼ਾ ਤੇ ਸਾਡਾ ਕਿਆਸ ਵੀ ਕੰਮ ਨਹੀਂ ਕਰਦਾ। ਅਸੀਂ ਕਹਿੰਦੇ ਹਾਂ ਪਤਾ ਨਹੀਂ ਹੈ, ਪਰ ਹੈ ਬਹੁਤ, ਅਣਗਿਣਤ ਹੈ। ਗਿਣਤੀ ਤੋਂ, ਹਿੰਦਸਿਆਂ ਦੀ ਮਾਰ ਤੋਂ, ਹਿੰਦਸਿਆਂ ਦੀ ਪਹੁੰਚ ਤੋਂ, ਹਿੰਦਸਿਆਂ ਦੀ ਪਕੜ ਤੋਂ ਪਰੇ ਦੀ ਬਾਤ ਹੈ। ਉਸ ਨੂੰ ਅਸੰਖ ਕਹਿ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਿਆਨ ਕਰ ਰਹੇ ਹਨ। ਪਹਿਲੀ ਪਾਵਨ ਪੌੜੀ ਦੇ ਅੰਦਰ, ਜੋ ਕਿ 17 ਨੰਬਰ ਪੌੜੀ ਹੈ, ਇਸ ਜੁਟ ਦੀ ਆਪ ਜੀ ਨੇ ਉਸ ਵਿੱਚ ਸ਼ਰਵਣ ਕੀਤਾ ਹੈ। ਗੁਰੂ ਮਹਾਰਾਜ ਨੇ ਤਰ੍ਹਾਂ ਤਰ੍ਹਾਂ ਦੇ ਧਰਮ ਅਕੀਦਿਆਂ ਦੇ ਨਾਲ ਜੁੜੇ ਹੋਏ, ਧਰਮ ਕਰਮ ਕਰਨ ਵਾਲੇ, ਕਿਸੇ ਨਾ ਕਿਸੇ ਜੁਗਤ ਨੂੰ ਅਪਣਾਉਣ ਵਾਲੇ ਜੀਵਾਂ ਦਾ ਜ਼ਿਕਰ ਕਰਦਿਆਂ ਹੋਇਆਂ ਬਾਰ-ਬਾਰ ਅਸੰਖ ਸ਼ਬਦ ਦੀ ਵਰਤੋਂ ਕਰਦਿਆਂ ਸਮਾਪਤੀ ਉੱਪਰ ਫਰਮਾਇਆ, ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਜਿਸ ਪਾਵਨ ਪੌੜੀ ਦਾ ਪਾਠ ਆਪ ਜੀ ਨੇ ਹੁਣੇ ਹੀ ਸ਼ਰਵਣ ਕੀਤਾ ਹੈ, 18 ਨੰਬਰ ਪੌੜੀ ਦਾ, ਇਸ ਵਿੱਚ ਵੀ ਸਤਿਗੁਰੂ ਸ਼ਬਦ ਅਸੰਖ ਬਾਰ-ਬਾਰ ਵਰਤੋਂ ਵਿੱਚ ਲਿਆਉਂਦੇ ਹਨ।
ਪਰ ਇਸ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਮੰਦਕਰਮੀ, ਦੁਰਾਚਾਰੀ, ਆਪਣੇ ਜੀਵਨ ਅੰਦਰ ਮਾੜਾ ਵਿਵਹਾਰ ਕਰਨ ਵਾਲੇ, ਮੰਦੇ ਕਰਮ ਕਰਨ ਵਾਲਿਆਂ ਦਾ ਜ਼ਿਕਰ ਵੀ ਨਾਲ-ਨਾਲ ਕਰਦੇ ਨੇ ਤੇ ਅਖੀਰ ਉੱਪਰ ਸਤਿਗੁਰੂ ਸੱਚੇ ਪਾਤਸ਼ਾਹ ਆਪਣਾ ਉਹੀ ਅਕੀਦਾ ਦ੍ਰਿੜ ਕਰਵਾਉਂਦਿਆਂ ਹੋਇਆਂ ਦੁਹਰਾਓ ਕਰਦੇ ਹਨ, ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ, ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ। ਕੁਦਰਤ ਦਾ ਅਰਥ ਹੈ ਤਾਕਤ, ਸਮਰੱਥਾ। ਸਤਿਗੁਰੂ ਜੀ ਫਰਮਾਉਂਦੇ ਨੇ, ਮੇਰੀ ਕੀ ਤਾਕਤ ਹੈ, ਮੇਰੀ ਕੀ ਸਮਰੱਥਾ ਹੈ, ਮੇਰੀ ਕੀ ਪਾਇਆ ਹੈ, ਮੈਂ ਕੀ ਬਲ ਰੱਖਦਾ ਹਾਂ ਕਿ ਮੈਂ ਹੇ ਅਕਾਲ ਪੁਰਖ ਵਾਹਿਗੁਰੂ ਤੇਰੀ ਬਾਬਤ, ਤੇਰੀ ਵਿਸ਼ਾਲ ਕੁਦਰਤ ਬਾਬਤ ਕੋਈ ਵਿਚਾਰ ਆਪਣਾ ਪੇਸ਼ ਕਰ ਸਕਾਂ, ਕੋਈ ਅੰਦਾਜ਼ਾ, ਕੋਈ ਕਿਆਸ, ਕੋਈ ਗਿਣਤੀ ਮਿਣਤੀ ਕੁਝ ਬਿਆਨ ਕਰ ਸਕਾਂ। ਮੇਰੀ ਇਤਨੀ ਸਮਰੱਥਾ ਨਹੀਂ ਹੈ ਵੀ ਮੈਂ ਤੇਰੀ ਇਸ ਵਿਸ਼ਾਲ ਕੁਦਰਤ ਨੂੰ ਬਿਆਨ ਵਿੱਚ ਲਿਆ ਸਕਾਂ, ਇਸ ਬਾਬਤ ਕੋਈ ਦਾਅਵਾ ਕਰ ਸਕਾਂ, ਇਸ ਬਾਬਤ ਕੋਈ ਅੰਦਾਜ਼ਾ ਲਾ ਸਕਾਂ, ਇਸ ਬਾਬਤ ਕੋਈ ਕਿਆਸ ਕਰ ਸਕਾਂ। ਇੱਕ ਸ਼ਬਦ ਹੁੰਦਾ ਹੈ ਦਾਅਵਾ ਕਰ ਦੇਣਾ ਵੀ ਜੋ ਮੈਂ ਕਹਿ ਦਿੱਤਾ ਇਹ 100% ਦੀ ਸਚਾਈ ਹੈ, ਇਹ ਬਦਲੇਗੀ ਨਹੀਂ, ਇਵੇਂ ਹੀ ਹੋਏਗਾ, ਇਸ ਨੂੰ ਦਾਅਵਾ ਕਿਹਾ ਜਾਂਦਾ ਹੈ। ਔਰ ਦਾਅਵਾ ਕਰਨ ਵਾਲਾ ਵਿਅਕਤੀ ਸ਼ਾਇਦ ਆਪਣੇ ਗਿਆਨ ਉੱਤੇ, ਆਪਣੀ ਜਾਣਕਾਰੀ ਉੱਤੇ ਜਾਂ ਆਪਣੇ ਕਿਸੇ ਤਜਰਬੇ ਦੇ ਉੱਤੇ ਨਿਰਭਰ ਕਰਕੇ ਗੱਲ ਕਰਦਾ ਵੀ ਜੋ ਮੈਂ ਕਹਿ ਦਿੱਤਾ ਤੁਸੀਂ ਵੇਖ ਲੈਣਾ, ਇਹੀ ਸੱਚ ਹੋਏਗਾ, ਇਸ ਨੂੰ ਅਸੀਂ ਦਾਅਵਾ ਆਖਦੇ ਹਾਂ। ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਬਾਬਤ ਸਤਿਗੁਰੂ ਦੀ ਬਾਣੀ ਦੇ ਵਿੱਚ ਫਰਮਾਇਆ ਹੈ, ਅਕਾਲ ਪੁਰਖ ਜੀ ਤੇਰੀ ਬੇਅੰਤ ਕੁਦਰਤ ਬਾਬਤ ਔਰ ਤੇਰੀ ਬੇਅੰਤ ਤਾਈ ਦੇ ਬਾਬਤ ਦਾਅਵਾ ਕਿਵੇਂ ਕੀਤਾ ਜਾ ਸਕਦਾ ਹੈ, ਕਿਉਂਕਿ ਸਾਡੇ ਕੋਲ ਨਾ ਇਤਨਾ ਜਾਣਕਾਰੀ ਦਾ ਭੰਡਾਰ ਹੈ, ਨਾ ਇਤਨੀ ਸੋਝੀ ਹੈ ਸਾਡੀ, ਨਾ ਸਾਡੀਆਂ ਗਿਣਤੀਆਂ ਮਿਣਤੀਆਂ ਉਸ ਤਲ ਤੱਕ ਪਹੁੰਚਦੀਆਂ ਨੇ। ਇਸ ਕਰਕੇ ਸਾਡੇ ਦਾਅਵੇ ਵੀ ਜੇ ਅਗਰ ਹੋਣ ਵੀ ਤਾਂ ਉਹ ਹਉਮੈ ਦੇ ਤਲ ਉੱਤੇ ਖੜੇ ਹੋਏ ਨੇ, ਉਹ ਪੂਰਨ ਸੱਚ ਨਹੀਂ ਹਨ। ਦੂਸਰੀ ਬਾਤ ਹੈ ਅੰਦਾਜ਼ਾ ਲਾਉਣ ਦੀ, ਕਿਆਸ ਕਰਨ ਦੀ। ਮਨੁੱਖ ਅੰਦਾਜ਼ਾ ਵੀ ਲਾਉਂਦਾ ਹੈ, ਅੰਦਾਜ਼ੇ ਦਾ ਅਰਥ ਹੁੰਦਾ ਹੈ ਵੀ ਮੈਂ ਪਰਫੈਕਟ, ਪੂਰਾ ਤਾਂ ਨਹੀਂ ਕਹਿ ਸਕਦਾ ਵੀ ਕਿੰਨੀ ਕੁ ਹੈ, ਪਰ ਘੱਟੋ ਘੱਟ ਇੰਨੀ ਕੁ ਹੋਏਗੀ, ਇਹਦੇ ਨੇੜੇ ਤੇੜੇ ਥੋੜਾ ਬਹੁਤ ਵੱਧ ਜਾਂ ਘੱਟ, ਪਰ ਹੈ ਨੇੜੇ ਨੇੜੇ। ਅੰਦਾਜ਼ੇ ਦਾ ਅਰਥ ਇਹ ਹੁੰਦਾ ਹੈ ਪੂਰਨ ਰੂਪ ਵਿੱਚ ਬਿਆਨ ਨਹੀਂ ਹੋ ਸਕਿਆ, ਪਰਫੈਕਟ ਤੌਰ ਦੇ ਉੱਤੇ ਮੇਰੇ ਸ਼ਬਦ ਸਹੀ ਨਹੀਂ ਹੋਣਗੇ, ਪਰ ਇੰਨੇ ਵੀ ਗਲਤ ਨਹੀਂ ਹੋਣਗੇ, ਘੱਟੋ ਘੱਟ ਇਹਦੇ ਇੰਨਾ ਕੁ ਨੇੜੇ ਜਾਂ ਇੰਨਾ ਕੁ ਦੂਰ ਜਾਂ ਇੰਨਾ ਕੁ ਵੱਧ ਜਾਂ ਇੰਨਾ ਕੁ ਘੱਟ ਹੋਏਗਾ। ਇਸ ਗੱਲ ਨੂੰ ਅਸੀਂ ਕਹਿ ਦਿੰਨੇ, ਜਿਹੜੀ ਸਚਾਈ ਦੇ ਬਹੁਤ ਹੀ ਨੇੜੇ ਤੇੜੇ ਹੋਵੇ ਉਸ ਨੂੰ ਅਸੀਂ ਕਹਿ ਦਿੰਨੇ ਆ ਇਹ ਅੰਦਾਜ਼ਾ ਹੈ, ਇਹ ਕਿਆਸ ਰਾਈ ਹੈ। ਠੀਕ ਇਸੇ ਢੰਗ ਦੇ ਨਾਲ ਸਤਿਗੁਰੂ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ, ਮੇਰੀ ਤਾਂ ਤੇਰੇ ਇਸ ਵਿਸ਼ਾਲ ਕੁਦਰਤ ਦੇ ਸਾਹਮਣੇ ਹੇ ਅਕਾਲ ਪੁਰਖ ਇਤਨੀ ਵੀ ਤਾਕਤ ਨਹੀਂ, ਇਤਨੀ ਵੀ ਪਾਇਆ ਨਹੀਂ ਵੀ ਮੈਂ ਅੰਦਾਜ਼ਾ ਬਿਆਨ ਕਰ ਸਕਾਂ ਜਾਂ ਆਪਣੀ ਕਿਆਸ ਰਾਈ ਕਹਿ ਕੇ ਇਹ ਗੱਲ ਸਮਝਾ ਸਕਾਂ ਜਾਂ ਬਿਆਨ ਕਰ ਸਕਾਂ। ਚਲੋ ਜੇ ਮੈਂ ਪੂਰਨ ਰੂਪ ਵਿੱਚ ਨਹੀਂ ਤਾਂ ਘੱਟੋ ਘੱਟ ਆ ਜੋ ਮੈਂ ਕਹਿ ਦਿੱਤਾ ਇਹਦੇ ਨੇੜੇ ਤੇੜੇ ਤਾਂ ਗੱਲ ਹੈ ਹੀ। ਗੁਰੂ ਸਾਹਿਬ ਕਹਿੰਦੇ ਐਸਾ ਬਲ ਵੀ ਨਹੀਂ ਹੈ, ਐਸੀ ਸਮਰੱਥਾ ਵੀ ਨਹੀਂ ਹੈ, ਤੋ ਨਾ ਦਾਵਾ ਹੋ ਸਕਦਾ ਨਾ ਅੰਦਾਜ਼ਾ ਲੱਗ ਸਕਦਾ ਹੈ। ਆਪ ਜੀ ਨੇ ਪੜ੍ਹਿਆ ਇਸੇ ਬਾਣੀ ਦੇ ਵਿੱਚੋਂ, ਜਾਣੈ ਕੌਣ ਕੂਤ, ਕੂਤ ਦਾ ਅਰਥ ਹੁੰਦਾ ਹੈ ਅੰਦਾਜ਼ਾ। ਕੌਣ ਹੈ ਜੋ ਇਸ ਗੱਲ ਬਾਬਤ ਅੰਦਾਜ਼ਾ ਲਾ ਸਕਦਾ ਹੈ, ਇਸ ਬਾਬਤ ਕਿਆਸ ਅਰਾਈ ਲਾ ਸਕਦਾ ਹੈ, ਇਸ ਬਾਬਤ ਕੋਈ ਨੇੜੇ ਤੇੜੇ ਤੱਕ ਵੀ ਪਹੁੰਚ ਸਕਦਾ ਹੈ। ਸਤਿਗੁਰੂ ਆਖਦੇ ਨਹੀਂ, ਇੰਨਾ ਬਲ ਨਹੀਂ ਹੈ, ਇੰਨੀ ਸਮਰੱਥਾ ਨਹੀਂ ਹੈ, ਇੰਨੀ ਮੇਰੀ ਤਾਕਤ ਨਹੀਂ ਹੈ। ਦਰਅਸਲ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਦ੍ਰਿੜ ਕਰਵਾਉਣਾ ਚਾਹੁੰਦੇ ਨੇ, ਜੈਸਾ ਵਿਸ਼ਾਲ ਉਹ ਅਕਾਲ ਪੁਰਖ ਪ੍ਰਭੂ ਪਰਮਾਤਮਾ ਦਾ ਹੁਕਮ ਆਪਣਾ ਆਪ ਹੈ, ਉਨੀ ਹੀ ਵਿਸ਼ਾਲ ਉਸ ਦੀ ਰਚਨਾ ਇਹ ਕੁਦਰਤ ਹੈ, ਇਹ ਬ੍ਰਹਿਮੰਡ ਹੈ, ਇਹ ਸਮੁੱਚਾ ਪਸਾਰਾ ਹੈ ਸੰਸਾਰ ਦਾ। ਜੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਆਪਣੀ ਵਿਸ਼ਾਲਤਾ ਕਿਸੇ ਹਿਸਾਬ ਕਿਤਾਬ ਦੇ ਵਿੱਚ ਨਹੀਂ ਆਉਂਦੀ, ਉਹਦੀ ਮੁਤਾਜ ਨਹੀਂ, ਤੇ ਕੁਦਰਤ ਦਾ ਬੇਅੰਤ ਪਸਾਰਾ ਵੀ ਕਿਸੇ ਹਿਸਾਬ ਕਿਤਾਬ ਦਾ, ਕਿਸੇ ਦਾਅਵੇ ਜਾਂ ਅੰਦਾਜ਼ੇ ਦੀ ਮੁਤਾਜੀ ਵਿੱਚ ਆਉਣ ਵਾਲਾ ਨਹੀਂ, ਇਹ ਵੀ ਗਿਣਤੀ ਮਿਣਤੀ ਤੋਂ ਬਹੁਤ ਬਾਹਰ ਔਰ ਬੇਅੰਤ ਹੀ ਹੈ। ਬਾਣੀ ਦਾ ਇੱਕ ਵਾਕ ਆਪਾਂ ਪੜ੍ਹਦੇ ਹਾਂ, ਪੂਰੇ ਕਾ ਕੀਆ ਸਭ ਕਿਛ ਪੂਰਾ, ਘਟ ਵੱਧ ਕਿਛ ਨਾਹੀ, ਨਾਨਕ ਗੁਰਮੁਖ ਐਸਾ ਜਾਣੈ ਪੂਰੇ ਮਾਹੇ ਸਮਾਹੀ। ਉਹ ਪੂਰਾ ਹੈ ਔਰ ਪੂਰੇ ਨੇ ਜੋ ਪੈਦਾ ਕੀਤਾ ਹੈ ਉਹੀ ਪੂਰਨ ਹੈ। ਇੱਕ ਬੇਨਤੀ ਹੋਰ ਕਰ ਦੇਵਾਂ, ਮਨੁੱਖ ਚਲੋ ਅਕਾਲ ਪੁਰਖ ਬਾਬਤ, ਬ੍ਰਹਿਮੰਡ ਬਾਬਤ, ਸੰਸਾਰ ਬਾਬਤ ਵੀ ਛੱਡੇ ਔਰ ਕੇਵਲ ਆਪਣੇ ਅਸੀਂ ਜੀਵਨ ਵੱਲ ਹੀ ਝਾਤ ਮਾਰ ਕੇ ਵੇਖ ਲਈਏ। ਮਨੁੱਖ ਅਜੇ ਆਪਣੇ ਜੀਵਨ ਦੀਆਂ ਤਹਿ ਹੀ ਫੋਲ ਨਹੀਂ ਸਕਿਆ। ਇਤਨਾ ਵਿਸ਼ਾਲ ਜੀਵਨ ਹੈ, ਮਨੁੱਖ ਦੇ ਜੀਵਨ ਵਿੱਚ ਕਿਤਨਾ ਕੁਝ ਭਰਿਆ ਪਿਆ ਹੈ, ਇਸ ਦੀ ਮਾਨਸਿਕ ਬਿਰਤੀ, ਇਸ ਦਾ ਜੀਵਨ, ਇਸ ਦਾ ਚਾਲ ਚੱਲਣ। ਜਦ ਤੋਂ ਮਨੁੱਖ ਨੇ ਆਪਣੀ ਬੁੱਧੀ ਰਾਹੀਂ ਕੁਝ ਜਾਣਨ ਦੀ, ਸਮਝਣ ਦੀ, ਵਿਚਾਰਨ ਦੀ ਕੋਸ਼ਿਸ਼ ਕੀਤੀ ਹੈ, ਤਦੋਂ ਤੋਂ ਮਨੁੱਖ ਆਪਣੇ ਜੀਵਨ ਦੀ ਫੋੜਾ ਫਾੜੀ ਵਿੱਚ ਲੱਗਾ ਹੋਇਆ ਹੈ। ਅਣਗਿਣਤ ਫਿਲਾਸਫਰਾਂ ਨੇ ਇਸ ਜੀਵਨ ਬਾਬਤ ਕੁਝ ਨਾ ਕੁਝ ਲਿਖਿਆ ਹੈ, ਅਣਗਿਣਤ ਦਾਰਸ਼ਨਿਕਾਂ ਨੇ ਇਸ ਜੀਵਨ ਬਾਬਤ ਕੁਝ ਨਾ ਕੁਝ ਕਿਹਾ ਹੈ, ਅਣਗਿਣਤ ਧਾਰਮਿਕ ਵਿਅਕਤੀਆਂ ਨੇ ਇਸ ਜੀਵਨ ਬਾਰੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਨੇ, ਅਨੇਕਾਂ ਤਰਕਵਾਦੀਆਂ ਨੇ ਇਸ ਜੀਵਨ ਬਾਰੇ ਕੁਝ ਨਾ ਕੋਈ ਨਤੀਜੇ ਕੱਢਣ ਦੀ ਕੋਸ਼ਿਸ਼ ਕੀਤੀ ਹੈ। ਯਤਨ ਨਿਰੰਤਰ ਚੱਲਦੇ ਆ ਰਹੇ ਨੇ ਔਰ ਅੱਜ ਵੀ ਜਾਰੀ ਨੇ, ਚੱਲਦੇ ਰਹਿਣਗੇ।
ਫਿਰ ਵੀ ਇਹ ਦਾਵਾ, ਇਹ ਅੰਦਾਜ਼ਾ ਨਹੀਂ ਕੀਤਾ ਜਾ ਸਕਦਾ ਵੀ ਜੋ ਕੁਝ ਕਹਿ ਦਿੱਤਾ ਗਿਆ ਉਹ ਪੂਰਾ ਹੋ ਗਿਆ, ਹੁਣ ਇਸ ਬਾਬਤ ਅੱਗੇ ਕਹਿਣ ਦੀ ਲੋੜ ਨਹੀਂ। ਜਿੰਨਾ ਬਿਆਨ ਹੋ ਗਿਆ ਉਹ ਪੂਰਾ ਹੈ। ਔਰ ਜਿੰਨਾ ਅੱਜ ਤੱਕ ਆਦਿ ਕਾਲ ਤੋਂ ਲੈ ਕੇ ਮਨੁੱਖ ਦੇ ਜੀਵਨ ਬਾਬਤ ਬਿਆਨ ਕੀਤਾ ਜਾ ਚੁੱਕਿਆ, ਲਿਖਿਆ ਜਾ ਚੁੱਕਿਆ, ਬੋਲਿਆ ਜਾ ਚੁੱਕਿਆ, ਕਿਹਾ ਜਾ ਚੁੱਕਿਆ, ਸਮਝਿਆ ਜਾ ਚੁੱਕਿਆ, ਜੇ ਉਸ ਲਿਖੇ ਬੋਲੇ ਕਹੇ ਕਥੇ ਔਰ ਸਮਝੇ ਹੋਏ ਨੂੰ ਸਾਰੇ ਡਾਟੇ ਨੂੰ ਅਸੀਂ ਲੇਖੇ ਜੋਖੇ ਨੂੰ ਇਕੱਠਾ ਕਰ ਲਈਏ ਤੇ ਤਾਂ ਵੀ ਉਹ ਸਾਡੀ ਗਿਣਤੀਆਂ ਤੇ ਹਿੰਸਿਆਂ ਤੋਂ ਸ਼ਾਇਦ ਟੱਪ ਜਾਏਗਾ। ਪਰ ਇਹ ਯਤਨ ਰੁਕੇ ਨਹੀਂ, ਅਜੇ ਵੀ ਜਾਰੀ ਹਨ। ਆਖਰ ਮਨੁੱਖ ਦਾ ਜੀਵਨ, ਜਿਸ ਦੀ ਇਸ ਕੁਦਰਤ ਅੰਦਰ ਬੜੀ ਸੂਖਮ ਜਿਹੀ ਪਾਇਆ ਹੈ, ਇਸ ਜੀਵਨ ਬਾਬਤ ਹੀ ਅਜੇ ਤੱਕ ਮੁਕੰਮਲ ਦਾਵਾ ਨਹੀਂ ਹੋ ਸਕਿਆ। ਇਸ ਜੀਵਨ ਦੀ ਫੋੜਾ ਫਾੜੀ ਚੱਲ ਰਹੀ ਏ, ਸਮਝਣ ਸਮਝਾਉਣ ਦਾ ਮਸਲਾ ਚੱਲੀ ਜਾ ਰਿਹਾ ਹੈ। ਇਸ ਜੀਵਨ ਦੀ ਬੇਅੰਤਤਾਈ ਔਰ ਇਹਦੀਆਂ ਬੇਅੰਤ ਪਰਤਾਂ ਬਾਬਤ ਅਜੇ ਵੀ ਮਨੁੱਖ ਕਿਸੇ ਨਤੀਜੇ ਉੱਤੇ ਨਹੀਂ ਪਹੁੰਚ ਸਕਿਆ। ਅਜੇ ਵੀ ਦਾਰਸ਼ਨਿਕ, ਫਿਲਾਸਫਰ, ਤਰਕਵਾਦੀ, ਵਿਚਾਰਵਾਨ ਔਰ ਅਭਿਆਸੀ ਕਿਸਮ ਦੇ ਲੋਕ ਆਪਣੇ ਤਜਰਬੇ, ਅਨੁਭਵ ਜਿਹੜੇ ਹਨ ਉਹ ਆਪਣੀਆਂ ਲੇਖਣੀਆਂ ਦੇ ਰਾਹੀਂ, ਆਪਣੇ ਬੋਲਣ ਦੇ ਢੰਗ ਰਾਹੀਂ, ਵਿਚਾਰ ਚਰਚਾ ਰਾਹੀਂ ਔਰ ਅੰਦਾਜ਼ਿਆਂ ਰਾਹੀਂ, ਅਨੁਭਵਾਂ ਰਾਹੀਂ ਸਾਨੂੰ ਦੱਸ ਰਹੇ ਨੇ ਔਰ ਨਿਰੰਤਰ ਜਾਰੀ ਹਨ ਇਹ ਯਤਨ। ਤਾਂ ਕੀ ਦਾਵਾ ਕੀਤਾ ਜਾ ਸਕਦਾ ਹੈ ਵੀ ਜਿਸ ਕੁਦਰਤ ਦਾ ਇਹ ਜੀਵਨ ਇੱਕ ਸੂਖਮ ਜਿਹਾ ਹਿੱਸਾ ਹੈ, ਕੁਦਰਤ ਤੇ ਬਹੁਤ ਵਿਸ਼ਾਲ ਹੈ, ਜਿਸ ਕੁਦਰਤ ਦਾ ਇਹ ਜੀਵਨ ਇੱਕ ਸੂਖਮ ਜਿਹਾ ਹਿੱਸਾ ਹੈ, ਉਸ ਕੁਦਰਤ ਬਾਬਤ ਮਨੁੱਖ ਅੰਦਾਜ਼ਾ ਲਾ ਕੇ ਦਾਵਾ ਕਰਕੇ ਜਾਂ ਕਿਸੇ ਗਿਣਤੀ ਮਿਣਤੀ ਦੇ ਤਲ ਤੇ ਪਹੁੰਚ ਕੇ ਸੰਪੂਰਨ ਰੂਪ ਵਿੱਚ ਉਸ ਨੂੰ ਆਪਣੇ ਕਲਾਵੇ 'ਚ ਲੈ ਸਕੇ, ਇਹ ਬਹੁਤ ਕਠਿਨ ਬਾਤ ਹੈ। ਇਸ ਲਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਸ਼ਬਦ ਵਰਤਦੇ ਨੇ, ਕੁਦਰਤ ਕਵਣ। ਕੁਦਰਤ ਦਾ ਅਰਥ ਹੈ ਤਾਕਤ। ਮੇਰੀ ਕੀ ਤਾਕਤ ਹੈ, ਮੇਰੀ ਕੀ ਸਮਰੱਥਾ ਹੈ, ਮੇਰੀ ਕੀ ਪਾਇਆ ਹੈ, ਕਹਾਂ ਵਿਚਾਰ। ਹੇ ਅਕਾਲ ਪੁਰਖ ਜੀ, ਮੈਂ ਤੇਰੀ ਇਸ ਬੇਅੰਤ ਕੁਦਰਤ ਬਾਰੇ ਕੋਈ ਵਿਚਾਰ ਕਹਿ ਸਕਾਂ। ਮੇਰਾ ਵਿਚਾਰ, ਮੇਰਾ ਕਿਆ ਅੰਦਾਜ਼ਾ ਜਾਂ ਮੇਰੀ ਕਿਆ ਸਰਾਈ ਜਾਂ ਮੇਰਾ ਕੋਈ ਦਾਵਾ ਬਹੁਤ ਛੋਟਾ ਹੋਏਗਾ। ਵਾਰਿਆ ਨਾ ਜਾਵਾਂ ਇੱਕ ਵਾਰ, ਮੇਰੇ ਵਿੱਚ ਇਤਨੀ ਸਮਰੱਥਾ ਨਹੀਂ ਕਿ ਮੈਂ ਇੱਕ ਵਾਰ ਸਦਕੇ ਹੀ ਜਾਵਾਂ ਤੇਰੀ ਕੁਦਰਤ ਤੋਂ। ਤੇਰੀ ਕੁਦਰਤ ਤਾਂ ਇਤਨੀ ਅਪਾਰ ਹੈ ਔਰ ਮੈਂ ਆਪਣੀ ਪਾਇਆ ਜਦੋਂ ਤੇਰੀ ਕੁਦਰਤ ਦੇ ਸਨਮੁਖ ਵੇਖਦਾ ਤੇ ਮੈਨੂੰ ਬਹੁਤ ਹੀ ਸੂਖਮ, ਬਹੁਤ ਹੀ ਛੋਟੀ ਨਜ਼ਰ ਆਉਂਦੀ ਏ। ਤੂੰ ਮੇਰੇ ਅੰਦਰ ਤਾਂ ਇੰਨੀ ਵੀ ਸਮਰੱਥਾ ਨਹੀਂ, ਤੇਰੀ ਵਿਸ਼ਾਲ ਕੁਦਰਤ ਦੇ ਸਾਹਮਣੇ ਮੈਂ ਵਾਰਨੇ ਜਾਵਾਂ, ਇਹਦੀ ਕੋਈ ਕੀਮਤ ਤੈਅ ਕਰ ਸਕਾਂ ਜਾਂ ਇਸ ਬਾਬਤ ਕੋਈ ਬੋਲ ਹੀ ਐਸਾ ਕਹਿ ਸਕਾਂ ਜਿਹੜਾ ਪਰਫੈਕਟ ਹੋਵੇ, ਮੁਕੰਮਲ ਹੋਵੇ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇਸ ਪਾਵਨ ਪੌੜੀ ਦੇ ਅੰਦਰ ਜਿਨ੍ਹਾਂ ਚੀਜ਼ਾਂ ਦਾ ਜ਼ਿਕਰ ਕਰਦੇ ਹਨ, ਮੂਰਖ, ਅਗਿਆਨਤਾ ਵਿੱਚ ਜੀਣ ਵਾਲੇ, ਹੱਤਿਆ ਕਰਨ ਵਾਲੇ, ਪਾਪ ਕਰਨ ਵਾਲੇ, ਪਰਾਇਆ ਧਨ ਖਾਣ ਵਾਲੇ, ਕੁਝ ਐਸੀਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗਿਣਤੀਆਂ ਕੀਤੀਆਂ ਹਨ, ਜ਼ਿਕਰ ਕੀਤਾ ਹੈ ਕੁਝ ਐਸੇ ਕਰਮ ਕਰਨ ਵਾਲਿਆਂ ਦਾ। ਇੱਕ ਪ੍ਰਸ਼ਨ ਜੋ ਅਕਸਰ ਸਾਡੀ ਸੁਰਤ ਵਿੱਚ, ਸਾਡੇ ਮਨ ਅੰਦਰ ਆਉਂਦਾ ਰਹਿੰਦਾ ਉਹ ਇਹ ਹੈ, ਰੱਬ ਇੰਨਾ ਸੁੰਦਰ ਹੈ, ਧਰਮ ਗ੍ਰੰਥ ਆਖਦੇ ਨੇ, ਧਾਰਮਿਕ ਮਹਾਨ ਪੁਰਖਾਂ ਨੇ ਆਖਿਆ ਅਕਾਲ ਪੁਰਖ ਵਾਹਿਗੁਰੂ ਬੜਾ ਬੇਅੰਤ ਹੈ, ਬੜਾ ਸੁੰਦਰ ਸਰੂਪ ਹੈ, ਬੜਾ ਭਲਾ ਹੈ, ਬੜਾ ਗੁਣਵਾਨ ਹੈ, ਗੁਣੀ ਨਿਧਾਨ ਹੈ। ਉਸ ਅਕਾਲ ਪੁਰਖ ਦੀ ਹੀ ਕਿਰਤ ਸਮਸਤ ਸੰਸਾਰ ਬ੍ਰਹਿਮੰਡ ਹੈ ਤੇ ਇਸ ਬ੍ਰਹਿਮੰਡ ਦਾ ਇੱਕ ਛੋਟਾ ਜਿਹਾ ਜੀਵ ਹੈ ਮਨੁੱਖ। ਇਸ ਮਨੁੱਖੀ ਸਮਾਜ ਦੇ ਅੰਦਰ ਕੁਦਰਤ ਨੇ ਜਿੱਥੇ ਇੰਨੇ ਚੰਗੇ ਲੋਕ ਪੈਦਾ ਕੀਤੇ ਨੇ, ਧਰਮੀ ਲੋਕ ਪੈਦਾ ਕੀਤੇ ਨੇ, ਬੜੇ ਵਧੀਆ ਉੱਤਮ ਕਿਸਮ ਦਾ ਜੀਵਨ ਜਿਉਣ ਵਾਲੇ ਵਿਅਕਤੀ, ਜੀਵ, ਮਨੁੱਖ ਇਸ ਕੁਦਰਤ ਦਾ ਅੰਗ ਨੇ, ਉੱਥੇ ਪਾਪੀ, ਦੁਰਾਚਾਰੀ, ਮੂਰਖ, ਅੰਧ ਵਿਸ਼ਵਾਸੀ, ਪਰਾਇਆ ਧਨ ਖਾਣ ਵਾਲੇ, ਹੱਤਿਆ ਕਰਨ ਵਾਲੇ, ਭਾਵ ਮੰਦ ਕਰਮੀ, ਵਿਕਾਰੀ ਤੇ ਔਗਣਿਆਰੇ ਜੀਵ ਕੁਦਰਤ ਨੇ ਪੈਦਾ ਕਿਵੇਂ ਕਰ ਦਿੱਤੇ ਨੇ। ਆਖਿਰ ਇਹਨਾਂ ਦੀ ਪੈਦਾਇਸ਼ ਉਹ ਸੁੰਦਰ ਗੁਣੀ ਨਿਧਾਨ ਵਾਹਿਗੁਰੂ ਨੇ ਕਿਉਂ ਪੈਦਾ ਕਰ ਦਿੱਤੀ? ਐਸਾ ਕਿਉਂ ਪੈਦਾ ਹੋਇਆ ਸੰਸਾਰ ਦੇ ਅੰਦਰ? ਐਸਾ ਕਿਉਂ ਹੈ? ਗਰੀਬ ਨਵਾਜ਼ ਸਤਿਗੁਰੂ ਸੱਚੇ ਪਾਤਸ਼ਾਹ ਆਪਣੀ ਪਾਵਨ ਬਾਣੀ ਦੇ ਅੰਦਰ ਇਸ ਬਾਬਤ ਬੜਾ ਸੁੰਦਰ ਵਿਚਾਰ ਸਾਡੇ ਸਨਮੁਖ ਰੱਖਦੇ ਨੇ। ਹਜ਼ੂਰ ਆਖਦੇ, ਮਾਟੀ ਏਕ, ਮਟੀਰੀਅਲ ਇੱਕੋ ਹੀ ਹੈ, ਪੰਜਾਂ ਤੱਤਾਂ ਦਾ ਪੁਤਲਾ ਹੀ ਇੱਕ ਗਿਆਨੀ ਪੁਰਖ ਹੈ, ਪੰਜਾਂ ਤੱਤਾਂ ਦਾ ਪੁਤਲਾ ਹੀ ਮੂਰਖ ਹੈ, ਪੰਜਾਂ ਤੱਤਾਂ ਦਾ ਪੁਤਲਾ ਹੀ ਵੰਡਣ ਵਾਲਾ ਹੈ, ਪੰਜਾਂ ਤੱਤਾਂ ਦਾ ਪੁਤਲਾ ਹੀ ਖੋਹਣ ਵਾਲਾ ਹੈ, ਪੰਜਾਂ ਤੱਤਾਂ ਦਾ ਪੁਤਲਾ ਹੀ ਜੀਵਨ ਦਾਨ ਦੇਣ ਵਾਲਾ ਹੈ, ਪੰਜਾਂ ਤੱਤਾਂ ਦਾ ਪੁਤਲਾ ਹੀ ਕਤਲ ਕਰਨ ਵਾਲਾ ਹੈ। ਮੰਦੇ ਬਚਨ ਬੋਲਣ ਵਾਲਾ ਵੀ ਉਸੇ ਮਟੀਰੀਅਲ ਨਾਲ ਸਾਜਿਆ ਗਿਆ ਤੇ ਮਿੱਠਾ ਬੋਲਣ ਵਾਲਾ ਵੀ ਉਸੇ ਮਟੀਰੀਅਲ ਨਾਲ ਸਾਜਿਆ ਗਿਆ। ਮਾਟੀ ਏਕ, ਅਨੇਕ ਭਾਂਤ ਕਰ, ਪਰ ਅਨੇਕਾਂ ਭਾਂਤਾਂ ਦੇ ਨਾਲ ਉਸ ਮਿੱਟੀ ਦੀ ਜੜਤ ਕੀਤੀ ਗਈ ਹੈ। ਕਦੇ ਤੁਸੀਂ ਮਿੱਟੀ ਦੇ ਭਾਂਡੇ ਬਣਾਉਣ ਵਾਲੇ ਉਸ ਠਠਿਆਰ ਨੂੰ ਦੇਖੋ ਜਿਸ ਕੋਲ ਮਿੱਟੀ ਤਾਂ ਇੱਕੋ ਹੀ ਹੈ, ਪਰ ਉਸ ਮਿੱਟੀ ਦੇ ਨਾਲ ਕਿਤੇ ਸੁਰਾਈ ਬਣਾ ਰਿਹਾ, ਕਿਤੇ ਘੜਾ ਬਣਾ ਰਿਹਾ, ਕਿਤੇ ਉਸ ਨਾਲ ਛੋਟਾ ਵੱਡਾ ਬਰਤਨ ਬਣਾ ਰਿਹਾ, ਕਿਤੇ ਕੁਝ ਬਣਾ ਰਿਹਾ, ਕਿਤੇ ਦੀਵੇ ਬਣਾ ਰਿਹਾ। ਮਿੱਟੀ ਇੱਕੋ ਹੀ ਲੱਗੀ ਹੋਈ ਹੈ, ਭਾਂਡੇ ਕਈ ਕਿਸਮਾਂ ਦੇ ਹਨ।
ਸਤਿਗੁਰੂ ਆਖਦੇ ਮਾਟੀ ਏਕ ਅਨੇਕ ਭਾਂਤ ਘਰ ਸਾਜੀ ਸਾਜਨ ਹਾਰੈ। ਸਾਜਣ ਹਾਰੇ ਨੇ, ਸਾਜਣ ਵਾਲੇ ਨੇ ਅਨੇਕਾਂ ਭਾਂਤਾਂ ਦੇ ਨਾਲ ਉਸ ਮਿੱਟੀ ਨੂੰ, ਮਿੱਟੀ ਇੱਕੋ ਹੀ ਹੈ ਪਰ ਅਨੇਕਾਂ ਭਾਂਤਾਂ ਦੇ ਭਾਂਡੇ ਜਿਹੜੇ ਹਨ ਉਸ ਮਿੱਟੀ ਦੇ ਨਾਲ ਬਣਾਏ ਨੇ, ਸਿਰਜੇ ਨੇ। ਔਰ ਅੱਗੇ ਸ਼ਬਦ ਵਰਤਿਆ, ਨਾ ਕਛ ਪੋਚ ਮਾਟੀ ਕੇ ਭਾਂਡੇ, ਨਾ ਕਛ ਪੋਚ ਕੁੰਭਾਰੈ। ਗੁਰੂ ਦਾਤਾਰ ਜੀ ਦਾ ਮੰਨਣਾ ਹੈ ਬਾਣੀ ਦੇ ਅੰਦਰ, ਇਸ ਪੌੜੀ ਦੇ ਅੰਦਰ ਇਨ ਐਸੇ ਕਰਮ ਵਾਲਿਆਂ ਦਾ ਜ਼ਿਕਰ ਗੁਰੂ ਦੇਵ ਨੇ ਤਾਂ ਕੀਤਾ ਹੈ। ਗੁਰੂ ਮਹਾਰਾਜ ਆਖਦੇ ਨੇ, ਸਚਿਆਰੇ ਮਨੁੱਖ ਲਈ ਇਹ ਜਾਣਨਾ ਬੜਾ ਜ਼ਰੂਰੀ ਹੈ ਵੀ ਇਸ ਕੁਦਰਤ ਵਿੱਚ ਜਿੱਥੇ ਤੂੰ ਰਹਿ ਰਿਹਾ, ਜਿਸ ਕੁਦਰਤ ਵਿੱਚ ਤੇਰਾ ਜੀਵਨ ਹੈ, ਜਿਸ ਕੁਦਰਤ ਵਿੱਚ ਤੂੰ ਰਹਿਣਾ ਹੈ, ਜਿਸ ਕੁਦਰਤ ਵਿੱਚ ਤੂੰ ਉਸ ਕਰਤੇ ਪੁਰਖ ਤੋਂ ਸਦਕੇ ਜਾਣਾ ਹੈ, ਜਿਸ ਕੁਦਰਤ ਵਿੱਚ ਰਹਿੰਦਿਆਂ ਹੋਇਆਂ ਤੂੰ ਉਸ ਕਾਦਰ ਦਾ ਸ਼ੁਕਰਗੁਜ਼ਾਰ ਹੋਣਾ ਹੈ, ਉਹਦੇ ਹੁਕਮ ਵਿੱਚ ਚੱਲਣਾ ਹੈ। ਉੱਥੇ ਇਸ ਕੁਦਰਤ ਦਾ ਹਿੱਸਾ ਮੂਰਖ ਵੀ ਹਨ, ਉੱਥੇ ਇਸ ਕੁਦਰਤ ਦਾ ਹਿੱਸਾ ਮੰਦ ਕਰਮੀ ਹੱਤਿਆ ਕਰਨ ਵਾਲੇ ਵੀ ਹਨ, ਇਸ ਕੁਦਰਤ ਦਾ ਹਿੱਸਾ ਲੁੱਟ ਖਾਣ ਵਾਲੇ ਵੀ ਹਨ, ਇਸ ਕੁਦਰਤ ਦਾ ਹਿੱਸਾ ਉਹ ਸਾਰੇ ਹੀ ਜੀਵ ਨੇ ਜਿਹੜੇ ਮੰਦੇ ਕਰਮ ਕਰਦੇ ਹੋਏ ਤੁਹਾਨੂੰ ਨਜ਼ਰ ਨਹੀਂ ਪੈਣਗੇ। ਜੇ ਇਸ ਕੁਦਰਤ ਅੰਦਰ ਰੱਬ ਦੇ ਗੁਣਾਂ ਦੀ ਵਿਚਾਰ ਕਰਨ ਵਾਲੇ ਮੌਜੂਦ ਨੇ ਤੇ ਇਸ ਕੁਦਰਤ ਦੇ ਅੰਦਰ ਨਿੰਦਾ ਕਰਨ ਵਾਲੇ ਵੀ ਮੌਜੂਦ ਨੇ। ਜੇ ਇਸ ਕੁਦਰਤ ਦੇ ਅੰਦਰ ਵੰਡ ਛਕਣ ਵਾਲੇ ਮੌਜੂਦ ਨੇ ਤੇ ਲੁੱਟ ਕੇ ਖਾਣ ਵਾਲੇ ਵੀ ਮੌਜੂਦ ਨੇ। ਜੇ ਇਸ ਕੁਦਰਤ ਦੇ ਅੰਦਰ ਨੇਕ ਪੁਰਖ ਨੇ ਤਾਂ ਬਦ ਪੁਰਖ ਵੀ ਨੇ। ਜੇ ਗੁਣ ਕਮਾਉਣ ਵਾਲੇ ਮੌਜੂਦ ਨੇ ਤੇ ਔਗਣ ਕਮਾਉਣ ਵਾਲੇ ਵੀ ਮੌਜੂਦ ਨੇ। ਐਸੀ ਵਿਚਾਰ ਦ੍ਰਿੜ ਕਰਵਾ ਕੇ ਗੁਰੂ ਦੇਵ ਚਾਹੁੰਦੇ ਹਨ ਵੀ ਜਿਸ ਨੇ ਸਚਿਆਰੇ ਜੀਵਨ ਦੀ ਅਵਸਥਾ ਤੇ ਪਹੁੰਚਣਾ ਹੈ ਉਹ ਇਸ ਗੱਲ ਨੂੰ ਕਬੂਲ ਕਰ ਲਵੇ, ਅਸੈਪਟ ਕਰ ਲਵੇ। ਐਸੇ ਜੀਵ ਵੀ ਇਸ ਕੁਦਰਤ ਦਾ ਹਿੱਸਾ ਹਨ, ਭਾਵੇਂ ਉਹਨਾਂ ਦੇ ਕਰਮ ਉਲਟੇ ਹਨ, ਭਾਵੇਂ ਉਹ ਵੰਡਣ ਦੀ ਬਜਾਏ ਖੋਹਦੇ ਹਨ, ਚੰਗਾ ਬੋਲਣ ਦੀ ਬਜਾਏ ਮੰਦਾ ਬੋਲਦੇ ਨੇ, ਕਿਰਤ ਕਰਨ ਦੀ ਬਜਾਏ ਲੁੱਟ ਕੇ ਖਾਂਦੇ ਨੇ, ਪਰ ਹੈਨ ਉਹ ਵੀ ਇਸ ਕੁਦਰਤ ਦਾ ਅੰਗ, ਇਸ ਸਮਾਜ ਦਾ ਹਿੱਸਾ, ਇਸ ਕੁਦਰਤ ਦੇ ਵਿੱਚ ਹੀ ਪੈਦਾ ਹੋਏ ਜੀਵ। ਸਚਿਆਰਾ ਪੁਰਖ ਜਿਹੜਾ ਹੈ ਉਹ ਉਹਨਾਂ ਦੇ ਕਰਮਾਂ ਨਾਲ ਤੇ ਨਫ਼ਰਤ ਕਰ ਸਕਦਾ ਹੈ, ਉਹਨਾਂ ਕਰਮਾਂ ਤੋਂ ਦੂਰੀ ਬਣਾ ਕੇ ਚੱਲ ਸਕਦਾ ਹੈ, ਪਰ ਉਹਨਾਂ ਮਨੁੱਖਾਂ ਨੂੰ ਉਹ ਕਰਤੇ ਦੀ ਕਿਰਤ ਹੀ ਮੰਨੇਗਾ, ਕਿਉਂਕਿ ਸਾਰਾ ਕੁਝ ਕੁਦਰਤ ਵਿੱਚ ਹੈ। ਕਿਸਾਨ ਆ ਫਸਲ ਬੀਜਦਾ ਹੈ, ਬੀਜ ਪਾਉਂਦਾ ਹੈ, ਉਹਦੀ ਕੋਸ਼ਿਸ਼ ਹੁੰਦੀ ਹੈ ਵੀ ਸਾਰੇ ਖੇਤ ਦੇ ਵਿੱਚੋਂ ਜਿਹੜਾ ਮੈਂ ਬੀਜ ਪਾਇਆ ਇਹੋ ਹੀ ਪ੍ਰਫੁੱਲਤ ਹੋਏ ਤਾਂ ਕਿ ਮੇਰੇ ਘਰ ਦੇ ਅੰਦਰ ਅੰਨ ਦਾ ਬੋਝ ਲੱਗ ਜਾਏ, ਅਨਾਜ ਦੀ ਕਮੀ ਨਾ ਰਹਿ ਜਾਏ ਔਰ ਮੇਰੀ ਫਸਲ ਭਰਪੂਰ ਪੈਦਾ ਹੋਏ। ਪਰ ਕਿਸਾਨ ਇਸ ਗੱਲ ਤੋਂ ਜਾਣਕਾਰ ਹੈ ਵੀ ਜਿਸ ਖੇਤ ਦੇ ਅੰਦਰ ਮੈਂ ਬੀਜ ਪਾਇਆ ਉੱਤਮ ਕਿਸਮ ਦਾ ਵਧੀਆ ਅੰਨ ਪੈਦਾ ਹੋਏ, ਮਿਹਨਤ ਕੀਤੀ ਹੈ। ਅਗਰ ਜੇ ਕੋਈ ਝਾੜੀਆਂ, ਘਾਹ ਬੂਟ, ਨਦੀਨ ਉਗਦਾ ਤੇ ਉਹ ਵੀ ਉਸ ਖੇਤ ਵਿੱਚ ਹੀ ਉਗਦਾ, ਉਹ ਹਵਾ ਵਿੱਚ ਨਹੀਂ ਉਗਦਾ, ਉਹ ਵੀ ਉਸ ਮਿੱਟੀ ਦਾ ਭਾਗ ਹੈ, ਉਹਦੀ ਪੈਦਾਇਸ਼ ਵੀ ਉਸ ਮਿੱਟੀ ਦੇ ਵਿੱਚੋਂ ਹੀ ਹੋ ਰਹੀ ਹੈ। ਇਸ ਕਰਕੇ ਨਦੀਨ ਕੋਈ ਬਾਹਰੋਂ ਨਹੀਂ, ਉਸ ਖੇਤ ਦਾ ਹਿੱਸਾ ਹੋਣ ਦੇ ਨਾਤੇ ਉਸ ਖੇਤ ਵਿੱਚੋਂ ਉਗ ਰਿਹਾ ਹੈ। ਕਿਸਾਨ ਦਾ ਦੋਵਾਂ ਦੇ ਨਾਲ ਹੀ ਵਾਹ ਪੈਂਦਾ ਹੈ। ਕਿਸਾਨ ਇਸ ਗੱਲ ਨੂੰ ਪਹਿਲੋਂ ਹੀ ਅਸੈਪਟ ਕਰਕੇ ਤੁਰਦਾ ਹੈ, ਜਿਸ ਖੇਤ ਦੇ ਵਿੱਚ ਉੱਤਮ ਫਸਲ ਪੈਦਾ ਹੋਣੀ ਹੈ ਉੱਥੇ ਨਦੀਨ ਵੀ ਪੈਦਾ ਹੋਣਾ ਹੈ, ਘਾਹ ਬੂਟ ਵੀ ਪੈਦਾ ਹੋਣਾ ਹੈ, ਜੰਗਲੀ ਬੂਟੀ ਵੀ ਪੈਦਾ ਹੋਣੀ ਹੈ। ਇਹ ਹੁਣ ਆਪਣੀ ਕਿਸਾਨ ਦੀ ਇੱਛਾ ਦੇ ਉੱਤੇ ਡਿਪੈਂਡ ਤੇ ਨਿਰਭਰ ਕਰਦੀ ਹੋਈ ਬਾਤ ਹੈ ਵੀ ਮਿੱਟੀ ਦੇ ਅੰਦਰ ਸਮਰੱਥਾ ਹੈ, ਧਰਤੀ ਦੇ ਅੰਦਰ ਤਾਕਤ ਹੈ, ਉਹ ਹਰ ਇੱਕ ਬੂਟੇ ਨੂੰ ਜਨਮ ਦਿੰਦੀ ਹੈ, ਹਰ ਇੱਕ ਬੂਟਾ ਉਸ ਵਿੱਚ ਪੈਦਾ ਹੁੰਦਾ ਹੈ। ਜੋ ਮੇਰੇ ਰੱਖਣ ਯੋਗ ਹੈ ਮੈਂ ਉਸ ਨੂੰ ਰੱਖ ਰਿਹਾ, ਜੋ ਮੇਰੇ ਰੱਖਣ ਯੋਗ ਨਹੀਂ ਮੈਂ ਉਸ ਨੂੰ ਪਾਸੇ ਕਰ ਰਿਹਾ। ਪਰ ਅਸੈਪਟ ਉਸਨੇ ਕਰ ਲਿਆ ਵੀ ਧਰਤੀ ਜਿੱਥੇ ਚੰਗਾ ਅੰਨ ਪੈਦਾ ਕਰਦੀ ਏ ਉੱਥੇ ਧਰਤੀ ਜੰਗਲੀ ਘਾਹ ਵੀ ਪੈਦਾ ਕਰਦੀ ਏ, ਨਦੀਨ ਵੀ ਪੈਦਾ ਕਰਦੀ ਏ। ਉਸ ਧਰਤੀ ਦੇ ਵਿੱਚੋਂ ਇਹ ਸਾਰਾ ਕੁਝ ਉਤਪੰਨ ਹੋ ਰਿਹਾ, ਉਹਦੀ ਸਮਰੱਥਾ ਹੈ, ਉਹਦੀ ਪਾਇਆ ਹੈ। ਇਸ ਗੱਲ ਨੂੰ ਕਦੇ ਉਹ ਭੁਲਾਉਂਦਾ ਨਹੀਂ ਆਪਣੀ ਬਿਰਤੀ ਦੇ ਵਿੱਚੋਂ, ਇਹਦਾ ਚੇਤਾ ਨਹੀਂ ਵਿਸਾਰਦਾ, ਇਸ ਗੱਲ ਨੂੰ ਅਸੈਪਟ ਕਰਦਾ ਹੈ, ਕਬੂਲ ਕਰਦਾ ਹੈ। ਗੁਰੂ ਦੇਵ ਚਾਹੁੰਦੇ ਨੇ ਸਚਿਆਰਾ ਪੁਰਖ ਇਸ ਗੱਲ ਨੂੰ ਅਸੈਪਟ ਕਰੇ, ਕਬੂਲ ਕਰੇ ਵੀ ਜੋ ਮੰਦ ਕਰਮੀ ਜੀਵ ਨੇ, ਮੰਦੇ ਕਰਮ ਕਰਨ ਵਾਲੇ ਨੇ, ਉਹ ਵੀ ਇਸ ਕੁਦਰਤ ਵਿੱਚ ਹੀ ਪੈਦਾ ਹੋਏ ਨੇ ਔਰ ਉਹ ਵੀ ਇਸੇ ਤਰ੍ਹਾਂ ਦੇ ਸਾਡੇ ਵਾਂਗ ਪੰਜਾਂ ਤੱਤਾਂ ਦੇ ਪੁਤਲੇ ਨੇ। ਇਹ ਗੱਲ ਵੱਖਰੀ ਹੈ ਵੀ ਉਹਨਾਂ ਦੇ ਕਰਮ ਚੰਗੇ ਨਾ ਹੋਣ, ਉਹਨਾਂ ਦਾ ਵਿਹਾਰ ਚੰਗਾ ਨਾ ਹੋਵੇ, ਉਹਨਾਂ ਦਾ ਕਿਰਦਾਰ ਅੱਛਾ ਨਾ ਹੋਵੇ, ਪਰ ਹੈ ਤਾਂ ਉਹ ਇਸੇ ਸਮਾਜ ਦਾ ਅੰਗ, ਹੈ ਤਾਂ ਉਹ ਇਸੇ ਕੁਦਰਤ ਦੀ ਕਿਰਤ। ਤੋ ਮਹਾਰਾਜ ਆਖਦੇ ਨੇ ਇਸ ਕਿਰਤ ਨੂੰ ਧਰਮੀ ਨੇ, ਸਚਿਆਰੇ ਬਣਨ ਦੀ ਅਵਸਥਾ ਵਾਲੇ ਨੇ ਅਸੈਪਟ ਕਰ ਲੈਣਾ, ਕਬੂਲ ਕਰ ਲੈਣਾ। ਅਸੀਂ ਸਾਹਿਬ ਧੰਨ ਗੁਰੂ ਨਾਨਕ ਮਹਾਰਾਜ ਜੀ ਦਾ ਜੀਵਨ ਪੜ੍ਹਦੇ ਹਾਂ। ਗੁਰੂ ਨਾਨਕ ਮਹਾਰਾਜ ਇੱਕ ਮਹਾਨ ਸਾਧ ਪੁਰਖ ਨੇ, ਉਹ ਨੇਕੀ ਦੀ ਖਾਣ ਨੇ, ਗੁਣਾਂ ਦੇ ਖਜ਼ਾਨੇ ਮੁਜੱਸਮੇ ਨੇ ਔਰ ਗੁਣੀ ਵੰਡੇ ਨੇ। ਸਚਾਈ ਔਰ ਚੰਗਿਆਈ ਦਾ ਸਤਿਗੁਰੂ ਮਹਾਰਾਜ ਨੇ ਜਿੱਥੇ ਆਪ ਜੀਵਨ ਜੀਵਿਆ ਉੱਥੇ ਸੰਸਾਰ ਨੂੰ ਵੀ ਐਸਾ ਹੀ ਹੋਕਾ ਦਿੱਤਾ, ਪ੍ਰੇਰਣਾ ਕੀਤੀ ਹੈ ਥਾਂ ਪੁਰ ਥਾਂ ਜਾ ਕੇ। ਉਹਨਾਂ ਦਾ ਜੀਵਨ ਪੜ੍ਹਦਿਆਂ ਹੋਇਆ ਇੱਕ ਗੱਲ ਸਾਡੇ ਸਨਮੁਖ ਆਉਂਦੀ ਏ, ਆਪਣਾ ਜੀਵਨ ਜਿਹੜਾ ਸਤਿਗੁਰੂ ਦਾ ਭਲਾਈ ਵਾਲਾ ਹੈ ਤੇ ਉਹ ਭਲਾ ਹੀ ਜੀਵਨ ਸਾਰਿਆਂ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਨੇ, ਪ੍ਰੇਰਣਾ ਕਰਦੇ ਨੇ ਵੀ ਹਰ ਆਦਮੀ ਭਲਾ ਜੀਵਨ ਜੀਵੇ। ਪਰ ਸਤਿਗੁਰੂ ਜੀ ਵੇਖ ਰਹੇ ਨੇ ਵੀ ਇਸ ਮਨੁੱਖੀ ਸਮਾਜ ਦੇ ਅੰਦਰ ਚੋਰ ਵੀ ਹਨ, ਠੱਗ ਵੀ ਹਨ, ਕਾਤਲ ਵੀ ਹਨ, ਮੰਦਾ ਬੋਲਣ ਵਾਲੇ ਵੀ ਹਨ, ਬੇਈਮਾਨੀ ਕਰਨ ਵਾਲੇ ਵੀ ਹਨ। ਇਹ ਸਾਰੇ ਸਮਾਜ ਦਾ ਇੱਕ ਅੰਗ ਨੇ, ਹਿੱਸਾ ਬਣ ਕੇ ਚੱਲ ਰਹੇ ਨੇ।
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਜੀ ਇਹ ਕੋਸ਼ਿਸ਼ ਹੈ, ਕਿਸੇ ਨਾ ਕਿਸੇ ਢੰਗ ਦੇ ਨਾਲ ਇਹਨਾਂ ਵਿਅਕਤੀਆਂ ਨੂੰ ਜਿਹੜੇ ਐਸੇ ਕਰਮਾਂ ਦੇ ਵਿੱਚ ਲੱਗੇ ਹੋਏ ਨੇ, ਇਹਨਾਂ ਨੂੰ ਪ੍ਰੇਰਣਾ ਕਰਕੇ ਸੱਚ ਵਾਲੇ ਪਾਸੇ ਲਿਆਂਦਾ ਜਾਏ। ਪਰ ਗੁਰੂ ਕੇ ਪਿਆਰ ਵਾਲਿਓ, ਜਰਾ ਸੋਚ ਕੇ ਵੇਖਣਾ, ਅਗਰ ਇਹ ਚਾਹ ਮਨ ਅੰਦਰ ਉੱਠੇ ਵੀ ਇਹ ਬੰਦਾ ਠੱਗੀ ਮਾਰ ਰਿਹਾ ਤੇ ਇਸ ਠੱਗ ਨੂੰ ਪ੍ਰੇਰ ਕੇ ਅਸੀਂ ਧਰਮ ਵਾਲੇ ਪਾਸੇ ਲੈ ਕੇ ਆਉਣਾ, ਤਾਂ ਕੀ ਤੁਸੀਂ ਉਸ ਠੱਗ ਨਾਲ ਨਫ਼ਰਤ ਕਰਦੇ ਹੋ? ਤੇ ਨਫ਼ਰਤ ਕਰਨ ਦੇ ਨਾਤੇ ਤੁਸੀਂ ਉਹਨੂੰ ਪ੍ਰੇਰਣਾ ਕਰ ਸਕਦੇ ਹੋ? ਕਤਈ ਨਹੀਂ ਕਰ ਸਕਦੇ। ਤੁਹਾਡੇ ਅੰਦਰ ਇੱਕ ਤਾਂਘ ਪੈਦਾ ਹੋਏਗੀ ਵੀ ਜਿਵੇਂ ਮੇਰੇ ਸਰੀਰ ਦਾ ਕੋਈ ਅੰਗ ਲਿਬੜ ਜਾਏ, ਗੰਦਾ ਹੋ ਜਾਏ, ਤਾਂ ਉਸ ਨੂੰ ਮੈਂ ਸਾਫ਼ ਕਰਕੇ ਸੁਥਰਾ ਕਰ ਲੈਂਦਾ ਹਾਂ। ਮੇਰੇ ਤਨ ਦਾ ਪਹਿਨੇ ਹੋਏ ਕੱਪੜੇ ਦੇ ਕਿਸੇ ਹਿੱਸੇ ਤੇ ਦਾਗ ਲੱਗ ਜਾਏ ਤਾਂ ਉਸ ਨੂੰ ਮੈਂ ਲਾਹ ਕੇ ਸੁੱਟਣ ਦੀ ਬਜਾਏ ਉਹਨੂੰ ਧੋ ਕੇ ਮੈਂ ਸਾਫ਼ ਕਰ ਲੈਂਦਾ ਹਾਂ। ਠੀਕ ਇਸੇ ਢੰਗ ਨਾਲ ਜੇ ਕੋਈ ਵਿਅਕਤੀ ਮੰਦੇ ਕਰਮ ਵਿੱਚ ਜੁੜ ਗਿਆ ਹੈ, ਮਾੜਾ ਕੰਮ ਕਰਨ ਲੱਗ ਪਿਆ ਹੈ, ਉਹਦਾ ਆਚਰਣ, ਉਹਦਾ ਕਿਰਦਾਰ ਮਾੜਾ ਜਾਂ ਭੈੜਾ ਹੋ ਗਿਆ ਹੈ, ਤਾਂ ਮੇਰੀ ਕੋਸ਼ਿਸ਼ ਹੋਵੇ ਇੱਕ ਧਰਮੀ ਹੋਣ ਦੇ ਨਾਤੇ ਵੀ ਮੈਂ ਉਹਦੇ ਨੇੜੇ ਹੋ ਕੇ ਉਸ ਵਿਅਕਤੀ ਨੂੰ ਸਵਾਰਨ ਦਾ ਯਤਨ ਕਰਾਂ, ਉਹਨੂੰ ਮੈਂ ਆਪਣੇ ਸਮਾਜ ਦਾ ਤੇ ਕੁਦਰਤ ਦਾ ਇੱਕ ਹਿੱਸਾ ਸਮਝਣ ਦੇ ਨਾਤੇ, ਹੋਣ ਦੇ ਨਾਤੇ ਉਸ ਵਿਅਕਤੀ ਦੀ ਮਦਦ ਕਰਾਂ ਵੀ ਉਹ ਮੰਦੇ ਕਰਮ ਚੋਂ ਬਾਹਰ ਆ ਜਾਏ। ਧਰਮੀ ਦਾ ਕਰਤੱਵ ਇਹ ਹੈ, ਸਚਿਆਰੇ ਮਨੁੱਖ ਦਾ ਕਰਤੱਵ ਇਹ ਹੈ ਵੀ ਉਹ ਮੰਦੇ ਕਰਮ ਨੂੰ ਵੇਖ ਕੇ ਉਹਦੇ ਮੰਦੇ ਕਰਮ ਨਾਲ ਤੇ ਨਫ਼ਰਤ ਕਰਦਾ ਹੈ, ਪਰ ਉਹ ਕੋਸ਼ਿਸ਼ ਵੀ ਕਰਦਾ ਹੈ ਤੇ ਉਸ ਨੂੰ ਇਸ ਜ਼ਿਲਣ ਵਿੱਚੋਂ, ਇਸ ਚਿੱਕੜ ਵਿੱਚੋਂ ਮੈਂ ਬਾਹਰ ਕੱਢ ਲਵਾਂ। ਜੇ ਭਲਾ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸੱਜਣ ਦੀ ਹੋਂਦ ਨਾਲ ਹੀ ਨਫ਼ਰਤ ਕਰਦੇ ਤਾਂ ਕੀ ਉਹ ਸੱਜਣ ਕੋਲ ਜਾ ਕੇ ਉਹਨੂੰ ਪ੍ਰੇਰਣਾ ਕਰ ਸਕਦੇ ਸਨ? ਕਤਈ ਨਹੀਂ। ਜੇ ਭਲਾ ਸਤਿਗੁਰੂ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਕਿਸੇ ਭੂਮੀਏ ਚੋਰ ਦੀ ਹੋਂਦ ਨਾਲ ਹੀ ਨਫ਼ਰਤ ਕਰਦੇ ਵੀ ਇਹ ਚੋਰ ਹੈ, ਇਸ ਕਰਕੇ ਮੁੱਢ ਕਦੀਮੋਂ ਹੀ ਮਾੜਾ ਹੈ, ਇਹਦੇ ਤਾਂ ਨੇੜੇ ਵੀ ਨਹੀਂ ਜਾਣਾ ਚਾਹੀਦਾ, ਤਾਂ ਕੀ ਕੋਈ ਚੋਰ ਜਿਹੜਾ ਸੀ ਉਹ ਗੁਰੂ ਜੀ ਦੇ ਬਚਨਾਂ ਦਾ ਆਸਰਾ ਤੱਕ ਕੇ ਉਹਦਾ ਭਲਾ ਹੋ ਸਕਦਾ? ਕਤਈ ਨਹੀਂ ਸੀ ਹੋ ਸਕਦਾ। ਇਹ ਪ੍ਰੇਰਣਾ ਹੈ ਸਾਡੇ ਸਨਮੁਖ, ਔਰ ਇੱਕ ਮਿਸਾਲ ਹੈ ਗੁਰੂ ਨਾਨਕ ਮਹਾਰਾਜ ਜੀ ਦੇ ਉੱਤਮ ਜੀਵਨ ਦੀ, ਜਿੱਥੇ ਸਤਿਗੁਰੂ ਆਪ ਪੂਰਨ ਸੱਚ ਭਰੇ ਹੋਏ ਹਨ, ਜਿੱਥੇ ਸਤਿਗੁਰੂ ਆਪ ਇੱਕ ਮਹਾਨ ਆਤਮਾ ਹਨ, ਉੱਥੇ ਮਹਾਰਾਜ ਜੀ ਨੇ ਇਸ ਗੱਲ ਨੂੰ ਜੋ ਉਹਨਾਂ ਨੇ ਜਪ ਬਾਣੀ ਦੀਆਂ ਇਹਨਾਂ ਪੌੜੀਆਂ ਦੇ ਅੰਦਰ ਦ੍ਰਿੜ ਕਰਵਾਈ, ਆਪ ਜੀਵਿਆ ਵੀ ਹੈ। ਉਹਨਾਂ ਨੇ ਆਖਿਆ ਵੀ ਸਭ ਤੋਂ ਪਹਿਲਾਂ ਜਿਸ ਵੇਲੇ ਸਚਿਆਰੇ ਮਨੁੱਖ ਨੇ ਆਪਣਾ ਪਹਿਲਾ ਪੈਰ ਪੁੱਟਣਾ, ਉਹਦਾ ਯਕੀਨ ਇੱਕ ਅਕਾਲ ਪੁਰਖ ਦੀ ਹੋਂਦ ਉੱਤੇ ਹੋਵੇ। ਦੂਜੀ ਗੱਲ, ਉਹਨੂੰ ਇਹ ਦ੍ਰਿੜ ਹੋਵੇ ਵੀ ਉਹ ਅਕਾਲ ਪੁਰਖ ਸਭਨਾਂ ਵਿੱਚ ਵਾਪਰਦਾ, ਵਰਤ ਰਿਹਾ। ਤੀਜਾ, ਉਹ ਅਕਾਲ ਪੁਰਖ ਵਾਹਿਗੁਰੂ ਦੀ ਇਸ ਬਣਾਈ ਹੋਈ ਕਿਰਤ ਜਿਹੜੀ ਹੈ, ਕੁਦਰਤ ਜਿਹੜੀ ਹੈ, ਇਹਨੂੰ ਤੱਕ ਕੇ ਵਿਸਮਾਦ ਵਿੱਚ ਰਹੇ, ਇਹਦੀ ਵਿਸ਼ਾਲਤਾ ਦਾ ਕਾਇਲ ਹੋਇਆ ਰਹੇ। ਔਰ ਚੌਥੀ ਬਾਤ ਹੈ, ਇਸ ਸੰਸਾਰ ਦੇ ਸਮਸਤ ਪ੍ਰਾਣੀਆਂ ਦੇ ਵਿੱਚ ਅਕਾਲ ਪੁਰਖ ਦੀ ਜੋਤ ਨੂੰ ਮਹਿਸੂਸ ਕਰਦੇ ਹਾਂ, ਦਇਆ ਤੇ ਧਰਮ ਦਾ ਪੱਲਾ ਕਦੇ ਨਾ ਛੱਡੇ। ਜੇ ਉਹਦੇ ਅੰਦਰ ਦਇਆ ਰਹੇਗੀ, ਉਹ ਬੁਰਿਆਂ ਨਾਲ ਚੰਗਾ ਵਿਹਾਰ ਕਰ ਸਕੇਗਾ, ਉਹ ਉਹਨਾਂ ਨੂੰ ਉਸ ਚਿੱਕੜ ਵਿੱਚੋਂ ਕੱਢਣ ਦੀ ਕੋਸ਼ਿਸ਼ ਤੇ ਆਹਰ ਕਰਦਾ ਰਹੇਗਾ। ਇਹ ਹੈ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਇਸ ਪਾਵਨ ਪੌੜੀ ਦਾ ਭਾਵ। ਹਜ਼ੂਰ ਆਖਦੇ ਨੇ, ਠੀਕ ਹੈ ਜੋ ਮੰਦਾ ਕਰਮ ਕਰਦਾ ਉਹ ਮੰਦੇ ਆਚਰਣ ਵਾਲਾ ਹੈ, ਪਰ ਸਚਿਆਰਾ ਪੁਰਖ ਜਿਹੜਾ ਉਸ ਮਨੁੱਖ ਦੀ ਹੋਂਦ ਤੋਂ ਮੁਨਕਰ ਨਹੀਂ ਹੁੰਦਾ, ਉਸ ਤੋਂ ਦੂਰ ਨਹੀਂ ਭੱਜਦਾ, ਬਲਕਿ ਉਸ ਨੂੰ ਸਵਾਰਨ ਹਿਤ ਯਤਨ ਕਰਦਾ, ਐਕਸੈਪਟ ਕਰਦਾ ਵੀ ਜੋ ਹੈ ਸੱਚ, ਤੇ ਇਸ ਮਨੁੱਖ ਦੇ ਇਸ ਜੀਵਨ ਨੂੰ ਬਦਲਣ ਵਾਸਤੇ ਤਾਂ ਯਤਨ ਕੀਤਾ ਜਾ ਸਕਦਾ ਹੈ, ਪਰ ਇਹ ਸਚਾਈ ਨੂੰ ਵੇਖ ਕੇ ਅੱਖਾਂ ਬੰਦ ਨਹੀਂ ਕੀਤੀਆਂ ਜਾ ਸਕਦੀਆਂ। ਸੋ ਸਤਿਗੁਰੂ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਦਾ ਜੀਵਨ ਜਿਹੜਾ ਹੈ, ਇਸ ਬਾਬਤ ਸਾਡੇ ਸਨਮੁਖ ਹੈ ਕਿ ਮਹਾਰਾਜ ਐਸੇ ਵਿਅਕਤੀਆਂ ਦੇ ਨਾਲ ਕਿਸ ਢੰਗ ਦੇ ਨਾਲ ਪੇਸ਼ ਆਉਂਦੇ ਹਨ। ਅਸੀਂ ਗਰੀਬ ਨਵਾਜ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਇੱਕ ਬਚਨ ਪੜ੍ਹਦੇ ਹਾਂ ਆਸਾ ਕੀ ਵਾਰ ਦੀ ਪਾਵਨ ਬਾਣੀ ਦੇ ਵਿੱਚੋਂ। ਸਤਿਗੁਰੂ ਆਖਦੇ ਨੇ, ਆਪੇ ਭਾਂਡੇ ਸਾਜਿਅਨ ਆਪੇ ਪੂਰਨ ਦੇ। ਇਹ ਸਾਡੇ ਸਰੀਰ ਰੂਪੀ ਭਾਂਡੇ ਵਾਹਿਗੁਰੂ ਅਕਾਲ ਪੁਰਖ ਨੇ ਆਪ ਸਾਜੇ ਨੇ, ਜਿਹਨੂੰ ਮੈਂ ਪਹਿਲਾਂ ਬਿਆਨ ਕੀਤਾ ਬਾਣੀ ਦੇ ਬਚਨ ਰਾਹੀਂ ਵੀ ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨਹਾਰ। ਸਰੀਰ ਦੇ ਭਾਂਡੇ ਨੇ ਕੁਦਰਤ ਨੇ ਸਾਜੇ ਨੇ। ਆਪੇ ਭਾਂਡੇ ਸਾਜਿਅਨ ਆਪੇ ਪੂਰਨ ਦੇ। ਇਸ ਸਰੀਰ ਦੇ ਭਾਂਡੇ ਨੂੰ ਪੂਰਨਤਾ ਦਾ ਸਨਮਾਨ ਵੀ ਕੁਦਰਤ ਵਾਹਿਗੁਰੂ ਅਕਾਲ ਪੁਰਖ ਆਪ ਬਖਸ਼ਿਸ਼ ਕਰਦਾ ਹੈ। ਸ਼ਬਦ ਵਰਤੇ ਨੇ, ਦੇਖੋ ਇੱਕ ਠਠਿਆਰ ਕੋਲੋਂ ਘੁਮਿਆਰ ਕੋਲੋਂ ਕੋਈ ਬਣਾਏ ਹੋਏ ਭਾਂਡੇ ਲੈ ਕੇ ਆਉਂਦਾ ਹੈ, ਉਹ ਭਾਂਡਿਆਂ ਨੂੰ ਮਨੁੱਖ ਆਪਣੇ ਆਪਣੇ ਢੰਗ ਨਾਲ ਵਰਤਦਾ ਹੈ। ਸਤਿਗੁਰੂ ਆਖਦੇ ਨੇ, ਇੱਕ ਨਹੀਂ ਦੁੱਧ ਸਮਾਈ ਇੱਕ ਚੁੱਲ੍ਹੇ ਰਹਿਣ ਚੜੇ। ਇੱਕ ਭਾਂਡੇ ਉਹ ਨੇ ਜਿਨ੍ਹਾਂ 'ਚ ਸਾਫ਼ ਸੁਥਰੀ ਕੀਮਤੀ ਦੁੱਧ ਵਰਗੀ ਵਸਤੂ ਪਾ ਕੇ ਰੱਖੇ ਜਾਂਦੇ ਨੇ, ਤੇ ਇੱਕ ਭਾਂਡੇ ਉਹ ਨੇ ਜਿਹੜੇ ਹਮੇਸ਼ਾ ਚੁੱਲ੍ਹੇ ਦੇ ਉੱਤੇ ਤਪਦੇ ਰਹਿੰਦੇ ਨੇ, ਉਹਨਾਂ 'ਚ ਕੋਈ ਪਾਣੀ ਪਾ ਰੱਖਦਾ ਹੈ, ਚੁੱਲ੍ਹੇ ਤੇ ਰੱਖ ਦਿੰਦਾ ਹੈ, ਉਹ ਹਰ ਵੇਲੇ 24 ਘੰਟੇ ਉਹ ਭਾਂਡਾ ਜਿਹੜਾ ਤਪਦਾ ਰਹਿੰਦਾ, ਸੇਕ ਦੇ ਨਾਲ, ਅੱਗ ਦੇ ਨਾਲ ਪਾਣੀ ਗਰਮ ਕਰਦਾ ਰਹਿੰਦਾ। ਇੱਕ ਨੀ ਦੁੱਧ ਸਮਾਈ ਇੱਕ ਚੁੱਲ੍ਹੇ ਰਹਿਣ ਚੜੇ, ਇੱਕ ਨਿਹਾਲੀ ਪਏ ਸਵਨ ਇੱਕ ਉੱਪਰ ਰਹਿਣ ਖੜੇ। ਸਤਿਗੁਰੂ ਆਖਦੇ, ਵੇਖੋ ਇੱਕ ਆਰਾਮ ਦੇ ਨਾਲ ਸੁੰਦਰ ਸੇਜਾਂ ਦਾ ਆਨੰਦ ਲੈ ਰਹੇ ਨੇ, ਆਰਾਮ ਫਰਮਾ ਰਹੇ ਨੇ, ਤੇ ਇੱਕ ਉਹਨਾਂ ਦੀ ਚੌਰ ਬਰਦਾਰੀ ਕਰਨ ਵਾਸਤੇ, ਪਹਿਰਾ ਦੇਣ ਵਾਸਤੇ, ਸਿਕਿਉਰਿਟੀ ਲਈ ਉਹਨਾਂ ਦੇ ਸਿਰ ਦੇ ਉੱਤੇ ਖਲੋਤੇ 24 ਘੰਟੇ ਜਾਗ ਰਹੇ ਨੇ, ਜਿਨ੍ਹਾਂ ਨੂੰ ਉਹੋ ਜਿਹਾ ਆਰਾਮ ਨਸੀਬ ਹੀ ਨਹੀਂ, ਪ੍ਰਾਪਤ ਹੀ ਨਹੀਂ। ਇੱਕ ਨਿਹਾਲੀ ਪੈ ਸਵਨ ਇੱਕ ਉੱਪਰ ਰਹਿਣ ਖੜੇ। ਔਰ ਸਤਿਗੁਰੂ ਨੇ ਜੋ ਸਾਰੰਸ਼ ਕੱਢਿਆ, ਨਤੀਜਾ ਕੱਢਿਆ, ਤਿਨਾਂ ਸਵਾਰੇ ਨਾਨਕਾ ਜਿਨ ਕਉ
ਨਦਰ ਕਰੇ। ਸਤਿਗੁਰੂ ਨੇ ਸਾਨੂੰ ਇਹ ਆਮ ਉਦਾਹਰਨਾਂ ਦਿੱਤੀਆਂ ਨੇ, ਭਾਂਡਿਆਂ ਦੀ ਉਦਾਹਰਣ ਦੇ ਕੇ, ਮਨੁੱਖ ਦੇ ਸੁੱਖ ਦੁੱਖ ਦੀ ਉਦਾਹਰਣ ਦੇ ਕੇ। ਇਹ ਸਾਰਾ ਕੁਝ ਕਹਿੰਦਿਆਂ ਹੋਇਆਂ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਹ ਸਮਝਾਉਣ ਦੀ ਇੱਛਾ ਕਰਦੇ ਨੇ ਕਿ ਤਿਨਾ ਸਵਾਰੇ ਨਾਨਕਾ ਜਿਨ ਕਉ ਨਦਰ ਕਰੇ। ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਦੀ ਇਸ ਬੇਅੰਤ ਕੁਦਰਤ ਵਿੱਚ ਇੱਕ ਜੀਵ ਸਦਾ ਹੀ ਈਰਖਾ ਦੀ ਅੱਗ ਵਿੱਚ ਤਪ ਰਹੇ ਨੇ, ਬੁਰੇ ਕਰਮਾਂ ਦੇ ਵਿੱਚ ਲੁੱਛ ਰਹੇ ਨੇ, ਮਾੜਾ ਕਿਰਦਾਰ ਉਹਨਾਂ ਦਾ ਹੈ ਔਰ ਦੁੱਖ ਭੋਗ ਰਹੇ ਨੇ, ਇੱਕ ਆਨੰਦ ਨਾਲ ਸੁਚੱਜਾ ਜੀਵਨ ਜੀ ਰਹੇ ਨੇ। ਉਹ ਗੁਣਾ ਰੂਪੀ ਦੁੱਧ ਦੇ ਨਾਲ ਉਹ ਭਾਂਡੇ ਭਰੇ ਪਏ ਨੇ। ਇੱਕ ਐਸੇ ਨੇ ਜਿਹੜੇ ਆਨੰਦ ਦੇ ਨਾਲ ਸੌਂ ਰਹੇ ਨੇ, ਆਨੰਦ ਦੇ ਨਾਲ ਆਪਣਾ ਜੀਵਨ ਜੀ ਰਹੇ ਨੇ, ਆਨੰਦ ਦੇ ਨਾਲ ਉਹ ਅਕਾਲ ਪੁਰਖ ਵਾਹਿਗੁਰੂ ਦੀ ਗੋਦ ਵਿੱਚ ਬਿਰਾਜੇ ਹੋਏ ਨੇ, ਮਨ ਨੂੰ ਸੁੰਦਰ ਸੇਜਾ ਦਾ ਆਨੰਦ ਲੈ ਰਹੇ ਨੇ। ਔਰ ਇੱਕ ਐਸੇ ਹਨ ਜਿਹੜੇ ਇਸ ਜੀਵਨ ਦਾ ਅਸਲ ਆਨੰਦ ਤਿਆਗ ਕੇ 24 ਘੰਟੇ ਹਮੇਸ਼ਾ ਹੀ ਪਹਿਰੇਦਾਰਾਂ ਵਾਂਗ ਇੱਧਰ ਉੱਧਰ ਭਟਕਦਿਆਂ ਜਾਗਦਿਆਂ ਔਰ ਹਮੇਸ਼ਾ ਹੀ ਦੂਜਿਆਂ ਦਾ ਘਰ ਤੱਕਦਿਆਂ ਹੋਇਆਂ ਆਪਣੀ ਜ਼ਿੰਦਗੀ ਵਿਅਰਥ ਜਾਈ ਗਵਾ ਰਹੇ, ਦੁੱਖ ਝੱਲ ਰਹੇ ਨੇ, ਪਰੇਸ਼ਾਨੀ ਸਹਿਣ ਕਰ ਰਹੇ ਨੇ, ਜੀਵਨ ਦਾ ਆਨੰਦ ਉਹਨਾਂ ਦੇ ਪੱਲੇ ਨਹੀਂ। ਐਸੀਆਂ ਉਦਾਹਰਣਾਂ ਦੇ ਕੇ ਹਜ਼ੂਰ ਕਹਿੰਦੇ ਨੇ ਹੈਨ ਤਾਂ ਦੋਵੇਂ ਹੀ ਕੁਦਰਤ ਦਾ ਹਿੱਸਾ, ਪਰ ਉਚੇਰਾ ਜੀਵਨ ਜਿਹੜਾ ਇਹ ਵੀ ਉਹਦੀ ਨਦਰ ਦੀ, ਬਖਸ਼ਿਸ਼ ਦੀ, ਮਿਹਰ ਦੀ, ਕਿਰਪਾ ਪਾਤਰ ਬਣਿਆ ਹੀ ਪ੍ਰਾਪਤ ਹੁੰਦਾ ਹੈ। ਅਗਰ ਅਸੀਂ ਗੁਰਮਤਿ ਦੇ ਮੂਲਕ ਸਿਧਾਂਤ ਨੂੰ ਸਮਝੀਏ, ਸਤਿਗੁਰੂ ਦੀ ਪਾਵਨ ਬਾਣੀ ਦਾ ਇੱਕ ਬੜਾ ਸਿੱਧਾ ਜਿਹਾ ਫੈਸਲਾ ਹੈ ਕਿ ਅਗਰ ਮਨੁੱਖ ਚਾਹੁੰਦਾ ਹੈ, ਇੱਛਾ ਕਰਦਾ ਹੈ ਵੀ ਮੈਂ ਆਪਣੀ ਚਤੁਰਾਈ ਨਾਲ, ਮੈਂ ਆਪਣੀ ਘਾਲਣਾ ਨਾਲ ਹੀ ਸਾਰਾ ਕੁਝ ਪ੍ਰਾਪਤ ਕਰ ਸਕਦਾ, ਤੇ ਸਤਿਗੁਰੂ ਆਖਦੇ ਨਹੀਂ। ਬਾਰ-ਬਾਰ ਤੁਸੀਂ ਇੱਕ ਸ਼ਬਦ ਗੁਰੂ ਦੀ ਪਾਵਨ ਬਾਣੀ ਵਿੱਚੋਂ ਪੜੋਗੇ, ਉਹ ਹੈ ਨਦਰ, ਉਹ ਹੈ ਕਰਮ, ਉਹ ਹੈ ਬਖਸ਼ਿਸ਼। ਇਹ ਸ਼ਬਦ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਬੜੀ ਵਾਰ ਦੁਹਰਾਇਆ ਗਿਆ। ਨਦਰ ਦੀ ਗੱਲ ਕੀਤੀ ਗਈ ਹੈ, ਕਰਮ ਦੀ ਗੱਲ ਕੀਤੀ ਗਈ ਹੈ, ਬਖਸ਼ਿਸ਼ ਦੀ ਗੱਲ ਕੀਤੀ ਗਈ ਹੈ, ਮਿਹਰ ਦੀ ਗੱਲ ਕੀਤੀ ਗਈ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਆਖਦੀ ਹੈ ਉਹਦੀ ਮਿਹਰ ਤੋਂ ਬਿਨਾਂ, ਉਹਦੀ ਨਦਰ ਤੋਂ ਬਿਨਾਂ, ਉਹਦੇ ਕਰਮ ਤੋਂ ਬਿਨਾਂ, ਉਹਦੇ ਫਜ਼ਲ ਤੋਂ ਬਿਨਾਂ ਬਾਕੀ ਸਭ ਕੁਝ ਅਧੂਰਾ ਹੈ। ਇਸ ਕਰਕੇ ਸਚਿਆਰਾ ਜੀਵ ਕਦੇ ਚਤੁਰਾਈ ਵਸ ਨਹੀਂ। ਸਚਿਆਰਾ ਜੀਵ ਜਿਹੜਾ ਹੈ, ਜਿਸ ਨੇ ਸਚਿਆਰਾ ਜੀਵਨ ਪ੍ਰਾਪਤ ਕਰਨਾ ਹੈ, ਉਹ ਪਹਿਲੀ ਟੇਕ ਜਿਹੜੀ ਹੈ ਉਹ ਆਪਣੀ ਘਾਲਣਾ ਤੇ ਨਹੀਂ ਰੱਖਦਾ, ਉਹ ਟੇਕ ਉਹਦੀ ਬਖਸ਼ਿਸ਼ ਉੱਤੇ ਰੱਖਦਾ ਹੈ। ਆਪਣੀ ਚਤੁਰਾਈ ਉੱਤੇ ਟੇਕ ਨਹੀਂ, ਅਕਾਲ ਪੁਰਖ ਵਾਹਿਗੁਰੂ ਦੀ ਮਿਹਰ ਉੱਤੇ ਟੇਕ ਰੱਖਦਾ ਹੈ। ਤੋ ਟੇਕ ਰੱਖਣ ਦਾ ਜੋ ਮੂਲ ਆਧਾਰ ਹੈ ਸਚਿਆਰੇ ਜੀਵਨ ਦਾ, ਉਹਦੀ ਬਖਸ਼ਿਸ਼ ਉੱਤੇ ਹੈ, ਉਹਦੀ ਕਿਰਪਾ ਉੱਤੇ ਹੈ, ਉਹਦੀ ਮਿਹਰ ਉੱਤੇ ਹੈ। ਇਸ ਕਰਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ ਅਕਾਲ ਪੁਰਖ ਦੀ ਮਿਹਰ, ਉਹਦੀ ਬਖਸ਼ਿਸ਼, ਉਹਦੀ ਕਿਰਪਾ, ਉਹਦੀ ਰਹਿਮਤ ਦੀ ਵਡਿਆਈ ਬਾਰ-ਬਾਰ ਔਰ ਚਰਚਾ ਬਾਰ-ਬਾਰ ਕਰਦਿਆਂ ਸਤਿਗੁਰੂ ਨੇ ਆਖਿਆ, ਹੇ ਮਨੁੱਖ ਆਪਣੀ ਚਤੁਰਾਈ ਤੇ ਨਾਜ਼ ਨਾ ਕਰ, ਆਪਣੀ ਘਾਲਣਾ ਤੇ ਨਾਜ਼ ਨਾ ਕਰ। ਹੇ ਮਨੁੱਖ ਆਪਣੀਆਂ ਚਤੁਰਾਈਆਂ ਤੇ ਐਸੀਆਂ ਹੁਜਤਾਂ ਹਿਕਮਤਾਂ ਦੇ ਉੱਤੇ ਗਰੂਰ ਨਾ ਕਰ, ਬਲਕਿ ਉਸ ਵਾਹਿਗੁਰੂ ਦੀ ਨਜ਼ਰ ਤੇ ਮਿਹਰ ਦਾ ਪਾਤਰ ਬਣਨ ਵਾਸਤੇ ਯਤਨ ਕਰ। ਸਾਰਾ ਕੁਝ ਉਹਦੀ ਨਜ਼ਰ ਵਿੱਚ ਭਰਿਆ, ਉਹਦੀ ਬਖਸ਼ਿਸ਼ ਦੇ ਉੱਤੇ ਡਿਪੈਂਡ ਕਰਦਾ ਹੈ, ਨਿਰਭਰ ਕਰਦਾ ਹੈ। ਘਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਚਿੰਤਾ। ਗਰੀਬ ਨਵਾਜ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਬੋਲ ਪੜ੍ਹਦੇ ਆਂ, ਦਾਤੀ ਸਾਹਿਬ ਸੰਦੀਆਂ ਕਿਆ ਚੱਲੇ ਤਿਸ ਨਾਲ। ਸਾਡਾ ਕੀ ਜ਼ੋਰ ਹੈ, ਸਾਡੀ ਚਤੁਰਾਈ, ਸਾਡੀ ਪਾਇਆ, ਸਾਡੀ ਸਮਰੱਥਾ, ਸਾਡੇ ਕਰਮ ਕਾਂਡਾਂ ਦਾ ਪ੍ਰਭਾਵ, ਅਸੀਂ ਕੀ ਕਰ ਸਕਨੇ ਆ। ਗੁਰੂ ਦੇਵ ਮਹਾਰਾਜ ਆਖਦੇ ਤਾਂ ਦਾਤੀ ਸਾਹਿਬ ਸੰਦੀਆਂ ਕਿਆ ਚੱਲੇ ਤਿਸ ਨਾਲ, ਉਹਦੇ ਨਾਲ ਕੀ ਜ਼ੋਰ ਹੈ, ਕੀ ਧੱਕਾ ਹੈ। ਤੋ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬਿਆਨ ਕਰਦੇ ਆਂ, ਪ੍ਰਗਟ ਕਰਦੇ ਨੇ, ਵੇਖੋ ਇਹ ਕੁਦਰਤ ਦਾ ਅਜੀਬ ਰੰਗ ਹੈ। ਇਸ ਕੁਦਰਤ ਦਾ ਹਿੱਸਾ ਉਹ ਵੀ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਮੰਦੇ ਆਚਰਣ ਵਾਲੇ ਮਨੁੱਖ ਹਨ। ਤੋ ਆਰੰਭ ਵਿੱਚ ਬਚਨ ਕੀਤਾ ਹੈ, ਸੰਖ ਮੂਰਖ। ਮੂਰਖ ਦਾ ਅਰਥ ਹੁੰਦਾ ਹੈ ਜਿਹੜਾ ਵਿਵੇਕ ਤੋਂ, ਵਿਚਾਰ ਵਾਲੀ ਬਿਰਤੀ ਤੋਂ ਹੀਣਾ ਹੋਵੇ। ਵੈਸੇ ਮੂਰਖ ਦਾ ਅਰਥ ਕੀਤਾ ਗਿਆ ਮੂੰਹ ਰੱਖਣ ਵਾਲਾ, ਜਿਹੜਾ ਮੂੰਹ ਅੱਗੇ ਰੱਖਦਾ, ਭਾਵ ਜਿਹੜਾ ਆਪਣੀ ਗੱਲ ਕਹਿੰਦਾ ਜ਼ੋਰ ਜ਼ਬਰਦਸਤੀ ਦੇ ਨਾਲ ਮਨਾਉਣ ਦੀ ਵੀ ਕੋਸ਼ਿਸ਼ ਕਰਦਾ। ਉਹਦੀ ਗੱਲ ਭਾਵੇਂ ਕੱਚੀ ਹੋਵੇ, ਭਾਵੇਂ ਝੂਠੀ ਹੋਵੇ, ਉਹਦਾ ਕੋਈ ਮਤਲਬ ਨਾ, ਕੋਈ ਸਿਆਣਪ ਉਹਦੇ ਵਿੱਚ ਨਹੀਂ ਉਸ ਗੱਲ ਦੇ ਅੰਦਰ, ਪਰ ਫਿਰ ਵੀ ਆਪਣੀ ਗੱਲ ਉੱਤੇ ਬਾਰ-ਬਾਰ ਜ਼ੋਰ ਦੇਈ ਜਾਣਾ, ਜਿੱਦ ਕਰੀ ਜਾਣੀ, ਹੱਠ ਕਰੀ ਜਾਣਾ ਵੀ ਜੋ ਮੈਂ ਕਿਹਾ ਇਹੀ ਸਹੀ ਹੈ, ਇਹੀ ਸੁਣਨ ਵਾਲੀ ਗੱਲ ਤੋਂ ਹੀਣਾ ਹੈ। ਵੈਸੇ ਮਨੁੱਖ ਦੇ ਜੀਵਨ ਬਾਬਤ ਲਿਖਦੇ ਆ ਕਈ ਵਿਚਾਰਵਾਨਾਂ ਨੇ ਐਸੇ ਵਿਚਾਰ ਪ੍ਰਗਟ ਕੀਤੇ ਨੇ ਕਿ ਮਨੁੱਖ ਨੂੰ ਸਭ ਤੋਂ ਪਹਿਲਾਂ ਆਪਣੇ ਜੀਵਨ ਅੰਦਰ ਦੂਸਰੇ ਦੀ ਗੱਲ ਬੜੇ ਠਰਮੇ, ਬੜੇ ਸਹਿਜ ਨਾਲ ਸੁਣਨ ਦੀ ਆਦਤ ਪਾਉਣੀ ਚਾਹੀਦੀ ਹੈ। ਹੋ ਸਕਦਾ ਹੈ ਦੂਸਰੇ ਦੀ ਗੱਲ ਸੁਣਨ ਤੋਂ ਬਾਅਦ ਤੁਹਾਡੀ ਤੇ ਦੂਸਰੇ ਦੀ ਰਾਏ ਇੱਕ ਹੋ ਜਾਏ ਤੇ ਤੁਹਾਨੂੰ ਆਪਣੀ ਕੋਈ ਗੱਲ, ਆਪਣਾ ਆਰਗੂਮੈਂਟ ਕਰਨ ਦੀ ਲੋੜ ਹੀ ਨਾ ਪਵੇ। ਇਸ ਕਰਕੇ ਸਿਆਣੇ ਪੁਰ ਕਹਿੰਦੇ ਨੇ ਪਹਿਲਾਂ ਸੁਣ ਲਓ, ਬੜੇ ਧਿਆਨ ਨਾਲ, ਸਹਿਜ ਨਾਲ ਵਿਚਾਰ ਲਵੋ ਕਿ ਅਗਲਾ ਕਹਿਣਾ ਕੀ ਚਾਹੁੰਦਾ ਹੈ। ਅਗਰ ਤੁਹਾਨੂੰ ਲੱਗਦਾ ਹੈ ਵੀ ਉਹਦੀ ਕਹੀ ਹੋਈ ਗੱਲ ਸਹੀ ਹੈ ਤੇ ਤੁਸੀਂ ਉਹਦੇ ਨਾਲ ਸਹਿਮਤ ਹੋ ਜਾਓਗੇ। ਅਗਰ ਤੁਹਾਨੂੰ ਲੱਗਿਆ ਨਹੀਂ ਹੈ ਤੇ ਫਿਰ ਤੁਸੀਂ ਆਪਣਾ ਪੱਖ ਜਿਹੜਾ ਉਹਦੇ ਸਾਹਮਣੇ ਪੇਸ਼ ਕਰ ਸਕਦੇ ਹੋ। ਪਰ ਧਿਆਨ ਦੇਣਾ, ਅਗਰ ਦੋ ਵਿਅਕਤੀ ਬੋਲ ਹੀ ਰਹੇ ਹੋਣ ਤੇ ਦੋਨਾਂ ਦੇ ਵਿੱਚੋਂ ਸੁਣਨ ਵਾਲਾ ਸਰੋਤਾ ਇੱਕ ਦੂਜੇ ਦੀ ਗੱਲ ਸੁਣਨ ਵਾਲਾ ਕੋਈ ਵੀ ਨਾ ਹੋਵੇ ਤੇ ਕੀ ਅੰਦਾਜ਼ਾ ਲਾਇਆ ਜਾ ਸਕਦਾ ਵੀ ਇਹ ਦੋਵੇਂ ਮਨੁੱਖ ਇੱਕ ਵਿਚਾਰ ਦੇ ਧਾਰਨੀ ਹੋ ਜਾਣਗੇ? ਕਦੇ ਨਹੀਂ ਹੋਣਗੇ। ਮਨੁੱਖ ਆਪਣੀ ਗੱਲ ਕਹਿ ਕੇ ਉਸ ਨੂੰ ਮਨਵਾਉਣ ਵਾਸਤੇ, ਆਪਣੀ ਗੱਲ ਕਹਿ ਕੇ ਉਸ ਨੂੰ ਸਹੀ ਗਰਦਾਨਣ ਵਾਸਤੇ, ਆਪਣੀ ਗੱਲ ਕਹਿ ਕੇ ਉਸ ਨੂੰ ਦੂਜੇ ਤੇ ਥੋਪਣ ਵਾਸਤੇ ਉਸ ਗੱਲ ਦੇ ਵਜ਼ਨ ਵਿੱਚ ਹੋਰ ਗੱਲਾਂ ਕਰਦਾ
ਕਰਦਾ, ਹੋਰ ਗੱਲਾਂ ਕਰਦਾ, ਹੋਰ ਦਲੀਲਾਂ ਤੇ ਅਪੀਲਾਂ ਕਰੀ ਜਾ ਰਿਹਾ ਹੈ, ਪਰ ਅਗਲੇਰੇ ਦੀ ਸੁਣੀ ਨਹੀਂ ਰਿਹਾ, ਦੂਸਰੇ ਦੀ ਨਹੀਂ ਸੁਣ ਰਿਹਾ। ਬਸ ਆਪਣੀ ਗੱਲ ਜੋ ਕਹਿ ਦਿੱਤੀ ਉਹਦੇ ਉੱਤੇ ਵਜਨ ਪਾਈ ਜਾ ਰਿਹਾ, ਬਾਰ-ਬਾਰ ਉਸੇ ਦੇ ਹੱਕ ਵਿੱਚ ਹੀ ਗੱਲ। ਹੋਰ ਬੋਲਦਿਆਂ ਮਨੁੱਖ ਇੱਛਾ ਹੀ ਹੁੰਦੀ ਹੈ ਵੀ ਮੇਰੀ ਹੀ ਗੱਲ ਪੂਰਨ ਹੈ ਤੇ ਇਹਨੂੰ ਮੰਨ ਲਿਆ ਜਾਏ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਇਹ ਹੈ ਮੂਰਖ ਵਿਅਕਤੀ ਦਾ ਜੀਵਨ। ਵਿਵੇਕ ਤੋਂ ਹੀਣਾ ਹੈ, ਸੋਝੀ ਹੈ ਨਹੀਂ, ਜੋ ਕਹਿ ਦਿੱਤਾ ਹੈ ਉਸੇ ਤੱਕ ਹੀ ਸੀਮਤ ਹੈ ਵੀ ਇਹਨੂੰ ਮੰਨ ਲਿਆ ਜਾਏ। ਜਿੱਦ ਹੈ, ਹੱਠ ਹੈ ਇੱਕ ਅੰਦਰ, ਜਿਸ ਜਿੱਦ ਤੇ ਹੱਠ ਨੂੰ ਮਨੁੱਖ ਤਿਆਗਣ ਲਈ ਤਿਆਰ ਨਹੀਂ, ਰਾਜ਼ੀ ਨਹੀਂ ਹੈ। ਹੁਣ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਖਦੇ ਨੇ, ਐਸੇ ਅਗਰ ਵਿਅਕਤੀ ਮੰਨ ਲਵੋ ਦੋ ਇਕੱਤਰ ਹੋ ਜਾਣ ਇੱਕ ਜਗ੍ਹਾ ਦੇ ਉੱਤੇ, ਤਾਂ ਸੁਣਨ ਵਾਲਾ ਤੇ ਕੋਈ ਵੀ ਨਹੀਂ, ਦੋਨੋਂ ਬੋਲਣ ਵਾਲੇ ਨੇ, ਤਾਂ ਦੋਵੇਂ ਹੀ ਸੁਣਾਉਣਾ ਚਾਹੁੰਦੇ ਨੇ। ਸੁਣੇ ਕੌਣ? ਦੋਨਾਂ ਦਾ ਹੱਠ ਬਰਾਬਰ ਹੈ, ਦੋਨਾਂ ਦੀ ਜਿੱਦ ਇੱਕੋ ਜਿਹੀ ਹੈ। ਉਹ ਹੱਠੀ ਤੇ ਉਹ ਜਿੱਦੀ ਮਨੁੱਖ ਜਿਹੜੇ ਨੇ ਆਪਣਾ ਆਪਣਾ ਮੂੰਹ ਰੱਖ ਰਹੇ ਨੇ। ਇਸ ਕਰਕੇ ਉਹ ਮਨੁੱਖ ਸਮਝਣ ਦੀ, ਸਮਝਾਉਣ ਦੀ, ਵਿਚਾਰਨ ਵਾਲੀ ਸਟੇਜ ਤੋਂ ਬਿਲਕੁਲ ਪਾਸੇ ਨੇ, ਲੈਵਲ ਤੋਂ, ਪੱਧਰ ਤੋਂ ਬਿਲਕੁਲ ਪਾਸੇ ਨੇ। ਐਸੇ ਜੀਵਨ ਵਿਵਹਾਰ ਕਰਨ ਵਾਲੇ ਨੂੰ ਮੂਰਖ ਆਖਿਆ ਜਾਂਦਾ ਹੈ। ਬਾਣੀ ਦੇ ਅੰਦਰ ਬੜਾ ਪਿਆਰਾ ਬੋਲ ਹੈ, ਮੂਰਖ ਹੋਵੇ ਸੋ ਸੁਣੈ, ਮੂਰਖ ਕਾ ਕਹਿਣਾ। ਮੂਰਖ ਕੇ ਕਿਆ ਲਖਣ ਹੈ, ਕਿਆ ਮੂਰਖ ਕਾ ਕਰਨਾ। ਗੁਰੂ ਨੇ ਆਖਿਆ ਮੂਰਖ ਦਾ ਲੱਛਣ ਕੀ ਹੈ, ਮੂਰਖ ਦਾ ਕਰਮ ਕਰਤਵ ਕਿਹੋ ਜਿਹਾ ਹੁੰਦਾ ਹੈ, ਜੀਵਨ ਜੁਗਤੀ ਕਿਹੋ ਜਿਹੀ ਹੁੰਦੀ ਹੈ। ਮੂਰਖ ਉਹ ਜੋ ਮੁਗਧ ਹੈ, ਅਹੰਕਾਰੇ ਮਰਨਾ। ਮੂਰਖ ਤਾਂ ਉਹ ਹੈ ਜਿਹੜਾ ਅੰਦਰੋਂ ਵਿਵੇਕ ਤੋਂ ਹੀਣਾ। ਮੁਗਧ ਦਾ ਅਰਥ ਹੁੰਦਾ ਜਿਹੜਾ ਵਿਵੇਕ ਤੋਂ ਸਖਣਾ ਹੋਵੇ, ਸੋਝੀ ਨਹੀਂ ਹੈ ਜਿਸ ਨੂੰ। ਚੰਗੇ ਮੰਦੇ ਦੀ ਪਰਖ ਕਰਨ ਵਾਲਾ ਸੁਭਾਅ ਅੰਦਰ ਨਹੀਂ ਲੈ ਕੇ ਆਂਦਾ। ਗੁਰੂ ਕਹਿੰਦੇ ਨੇ ਅਹੰਕਾਰ, ਫਿਰ ਵੀ ਹੰਕਾਰ ਪੂਰਾ ਹੀ ਹੈ ਵੀ ਮੈਂ ਪਰਫੈਕਟ ਹਾਂ। ਹਉਮੈ ਇਹ ਹੈ ਵੀ ਮੈਂ ਮੁਕੰਮਲ ਹਾਂ। ਪਰਖ ਨਹੀਂ ਕੋਈ, ਚੰਗੇ ਮੰਦੇ ਦੀ ਕੋਈ ਪਰਖ ਨਹੀਂ ਵੀ ਚੰਗਾ ਕੀ ਹੈ, ਮੰਦਾ ਕੀ ਹੈ, ਮੈਂ ਦੋਨਾਂ ਨੂੰ ਪਰਖ ਲਵਾਂ, ਤੁਲਨਾ ਕਰ ਲਵਾਂ, ਮਾੜਾ ਛੱਡਦੇ ਆ ਚੰਗਾ। ਐਸੀ ਬਿਰਤੀ ਹੈ ਹੀ ਨਹੀਂ। ਔਰ ਜਿੱਥੇ ਐਸੀ ਬਿਰਤੀ ਨਹੀਂ ਹੋਏਗੀ ਉੱਥੇ ਮਨੁੱਖ ਜੋ ਹੈ ਸੋ ਉੱਥੇ ਟਿਕਿਆ ਰਹਿ ਜਾਂਦਾ ਹੈ। ਵੈਸੇ ਮੈਂ ਕਈ ਵਾਰ ਵਿਚਾਰਦਾ ਹਾਂ, ਧਰਮ ਦਾ ਜੋ ਗੁਰਮਤ ਦਾ ਜੋ ਸਾਰੰਸ਼ ਹੈ ਬੜਾ ਮਹਾਨ ਹੈ। ਗੁਰਮਤ ਚਾਹੁੰਦੀ ਏ ਸਾਡੇ ਅੰਦਰ ਕਿਸੇ ਕਿਸਮ ਦੀ ਖੜੋਤ ਨਾ ਆਏ, ਅਸੀਂ ਅੰਦਰੋਂ ਵੀ ਉਸ ਤੋਰ ਤੁਰਦੇ ਰਹੀਏ ਜਿਹੜੀ ਜਿਸ ਪਾਸੇ ਵੱਲ ਸਾਨੂੰ ਗੁਰੂ ਕੀ ਪਾਵਨ ਬਾਣੀ ਤੋਰਨ ਦਾ ਯਤਨ ਕਰਦੀ ਏ। ਖਿਮਾ ਕਰ ਦੇਣਾ, ਅਸੀਂ ਸਰੀਰਕ ਤੌਰ ਉੱਤੇ ਧਰਮ ਅਸਥਾਨਾਂ ਦੇ ਬਹੁਤ ਪੈਂਡੇ ਕੀਤੇ ਹੋਣਗੇ, ਕਰ ਰਹੇ ਹਾਂ ਔਰ ਕਰਦੇ ਰਹਾਂਗੇ ਵੀ। ਅਸੀਂ ਦਿਮਾਗੀ ਤੌਰ ਉੱਤੇ ਬਹੁਤ ਕੁਝ ਪੜ੍ਹਦੇ ਹਾਂ, ਸਮਝਦੇ ਹਾਂ, ਸੁਣਦੇ ਹਾਂ, ਸਮਝਾਉਂਦੇ ਹਾਂ। ਸਾਡਾ ਦਿਮਾਗੀ ਬੁੱਧੀ ਦੇ ਤੌਰ ਉੱਤੇ ਪੈਂਡਾ ਵੀ ਬਹੁਤ ਹੋ ਸਕਦਾ ਹੈ, ਪਰ ਸੱਚੀ ਬਾਤ ਹੈ ਸਾਡਾ ਇਸ ਪੱਖੋਂ ਸੁਰਤੀ ਦਾ ਪੈਂਡਾ ਜਿਹੜਾ ਹੈ ਉਹ ਬਿਲਕੁਲ ਹੀ ਅਸੀਂ ਨਿਲ ਹਾਂ। ਅਸੀਂ ਇੱਕ ਕਦਮ ਵੀ ਇਸ ਪਾਸੇ ਪੁੱਟਣ ਵਾਸਤੇ ਅਜੇ ਰਾਜੀ ਨਹੀਂ। ਅੰਦਰ ਸਾਡੇ ਉਹੀ ਖੜੋਤ ਭਰੀ ਪਈ ਹੈ। ਜਿਸ ਨੇ ਸਰੀਰਕ ਤੌਰ ਤੇ ਬਹੁਤ ਤੁਰ ਲਿਆ ਉਹ ਵੀ ਦਾਅਵੇ ਬੰਨ ਰਿਹਾ ਹੈ, ਜਿਹਨੇ ਬੁੱਧੀ ਦੇ ਤਾਲ ਉੱਤੇ ਬਹੁਤ ਤੁਰ ਲਿਆ ਦਾਅਵਾ ਉਹ ਵੀ ਬਹੁਤ ਬੰਨ ਰਿਹਾ ਹੈ। ਪਰ ਸੱਚੀ ਬਾਤ ਹੈ ਵੀ ਖੜੋਤ ਅਜੇ ਵੀ ਨਜ਼ਰ ਆ ਰਹੀ ਹੈ। ਭੱਟ ਸਾਹਿਬਾਨ ਜਿਨ੍ਹਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਾਬਤ ਸਵਈਏ ਉਚਾਰਨ ਕੀਤੇ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਦੇ ਅੰਦਰ ਉਹਨਾਂ ਦੇ ਸਵਈਏ ਸਾਡੇ ਪੜ੍ਹਨ ਔਰ ਵਿਚਾਰਨ ਹਿੱਤ, ਸਾਡੇ ਜੀਵਨ ਨੂੰ ਸੇਧ ਦੇਣ ਹਿੱਤ ਸਤਿਗੁਰੂ ਜੀ ਨੇ ਦਰਜ ਕੀਤੇ ਨੇ। ਔਰ ਉਹਨਾਂ ਸਵਈਆਂ ਨੂੰ ਪੜ੍ਹੀਏ। ਭੱਟ ਭਿੱਖਾ ਜੀ ਦਾ ਇੱਕ ਸਵਈਆ ਹੈ, ਉਸ ਸਵਈਏ ਦੇ ਅੰਦਰ ਉਹਨਾਂ ਨੇ ਜ਼ਿਕਰ ਕੀਤਾ ਹੈ ਜਿਹੜੇ ਆਪਣੇ ਆਪ ਨੂੰ ਪੂਰਨ ਮਹਾਂਪੁਰਖ ਅਖਵਾਉਣ ਵਾਲੇ ਮੈਂ ਉਹ ਵੀ ਦੇਖੇ ਨੇ। ਸੰਨਿਆਸ ਲੈ ਕੇ ਤਿਆਗੀ ਅਖਵਾ ਲੈਣ ਵਾਲੇ, ਸਰੀਰ ਰੂਪ ਵਿੱਚ ਤਪ ਸਾਧਨ ਵਾਲੇ, ਸਰੀਰ ਨੂੰ ਕਸ਼ਟ ਤੇ ਦੁੱਖ ਦੇ ਕੇ ਉਸ ਨਿਰੰਕਾਰ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਵਿਅਕਤੀ ਵੀ ਵੇਖੇ ਨੇ। ਔਰ ਇਹਨਾਂ ਸਭਨਾਂ ਦਾ ਜ਼ਿਕਰ ਕਰਦਿਆਂ ਅੱਗੇ ਜਾ ਕੇ ਉਹ ਕਹਿੰਦੇ ਨੇ ਮੈਂ ਉਹ ਵੀ ਵਿਅਕਤੀ ਵੇਖੇ ਨੇ ਜਿਹੜੇ ਪੰਡਿਤ ਹਨ, ਵਿਦਵਾਨ ਹਨ, ਜਾਣਕਾਰ ਹਨ, ਦਿਮਾਗੀ ਤੌਰ ਉੱਤੇ ਬਹੁਤ ਜਾਣਕਾਰੀ ਦਾ ਭੰਡਾਰ ਜਿਨ੍ਹਾਂ ਦੇ ਕੋਲ ਹੈ, ਪਰ ਮੁੱਖ ਤੋਂ ਗੱਲ ਵੀ ਬੜੀ ਬਾਕਮਾਲ ਮਿੱਠੀ ਕਰਦੇ ਨੇ, ਕੰਨਾਂ ਨੂੰ ਚੰਗੀ ਲੱਗਣ ਵਾਲੀ ਕਹਿੰਦੇ ਨੇ। ਸ਼ਬਦ ਵਰਤੇ ਹਨ, ਰਹਿਓ ਸੰਤੋਹ ਟੋਲ ਸਾਧ ਬਹੁ ਤੇਰੇ ਡਿੱਠੇ, ਸੰਨਿਆਸੀ ਤਪਸੀਏ ਮੁਖੋਂ ਇਹ ਪੰਡਿਤ ਮਿੱਠੇ, ਬਰਸ ਏਕ ਹੋਂ ਫਿਰਿਓ ਕਨੈ ਨਾ ਪਰਚੋ ਲਾਇਓ, ਕਹਤਿਆਂ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਰਹਿਤ ਦਾ ਅਰਥ ਹੁੰਦਾ ਹੈ ਜੀਵਨ ਰਹਿਣੀ, ਜੀਵਨ ਜੁਗਤੀ। ਜਿਹੜੇ ਖੜੋ ਤੇ ਅੰਦਰ ਉਹ ਨਹੀਂ ਮਿਟ ਸਕੀ, ਅੰਦਰ ਦੀਆਂ ਗੁੰਝਲਾਂ ਉਸੇ ਤਰ੍ਹਾਂ ਹੀ ਬਣੀਆਂ ਹੋਈਆਂ ਨੇ। ਤੋ ਮੈਂ ਜੋ ਬੇਨਤੀ ਕਰ ਰਿਹਾ, ਸਰੀਰ ਦਾ ਪੈਂਡਾ ਹੋ ਗਿਆ, ਸਰੀਰ ਨਾਲ ਕਰਮ ਬਹੁਤ ਹੋਏ ਨੇ, ਬੁੱਧੀ ਦੇ ਤਾਲ ਉਤੇ ਬਹੁਤ ਦਲੀਲਬਾਜ਼ੀ, ਤਰਕ ਵਿਤਰਕ, ਸਮਝਾਉਣ ਦੇ ਮਸਲੇ ਬਹੁਤ ਨੇ। ਮਨੁੱਖ ਇਉਂ ਨਜ਼ਰ ਆਉਂਦਾ ਬੜਾ ਸਾਫ਼ ਹੈ, ਇੰਨਾ ਪਤਾ ਹੈ ਇਸ ਨੂੰ, ਪਰ ਉਹ ਸਭ ਚੀਜ਼ਾਂ ਜਿਹੜੀਆਂ ਨੇ ਉਹ ਆਪਣੇ ਮਨ ਦੀਆਂ ਗੁੰਝਲਾਂ ਨੂੰ ਹੱਲ ਕਰਨ ਵਾਸਤੇ ਵਰਤੀਆਂ ਨਹੀਂ ਗਣੀਆਂ, ਅਣਵਰਤੀਆਂ ਹੀ ਅਣਵਰਤੀਆਂ ਪਈਆਂ ਨੇ। ਇਸ ਕਰਕੇ ਗੁਰੂ ਸਾਹਿਬ ਆਖਦੇ ਨੇ ਵੀ ਪੈਂਡਾ ਤੈਅ ਹੀ ਨਹੀਂ ਹੋਇਆ, ਬੰਦਾ ਉੱਥੇ ਦਾ ਉੱਥੇ ਹੀ ਖਲੋਤਾ ਹੋਇਆ। ਚੱਕਰ ਤੇ ਬਹੁਤ ਕੱਟੇ ਨੇ ਪਰ ਉੱਥੇ ਦਾ ਉੱਥੇ ਹੀ ਚੱਕਰ ਕੱਟਦਾ, ਫਿਰ ਉੱਥੇ ਹੀ ਆ ਕੇ ਖਲੋ ਜਾਂਦਾ। ਐਸੀ ਬੁੱਧ ਰੱਖਣ ਵਾਲੇ ਨੂੰ, ਐਸਾ ਜੀਵਨ ਜਿਉਣ ਵਾਲੇ ਨੂੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਖਦੇ ਨੇ ਇਹ ਤਾਂ ਤੁਰਿਆ ਹੀ ਨਹੀਂ, ਇਹਦਾ ਕੋਈ ਪੈਂਡਾ ਨਹੀਂ, ਇਹਦੀ ਕੋਈ ਮੰਜ਼ਲ ਨਹੀਂ, ਇਹਨੂੰ ਮੰਜ਼ਲ ਮਿਲ ਹੀ ਨਹੀਂ ਸਕੇਗੀ, ਕਿਉਂਕਿ ਇਹਨੇ ਉਸ ਢੰਗ ਦੇ ਨਾਲ ਆਪਣਾ ਪੈਂਡਾ ਅਜੇ ਸ਼ੁਰੂ ਹੀ ਨਹੀਂ ਕੀਤਾ।
ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ, ਨਾਨਕ ਕਹੈ ਸਿਆਣੀਏ ਏਵ ਕੰਤ ਮਿਲਾਵਾ ਹੋਏ। ਇਹ ਜੀਵਨ ਦਾ ਕਨਸੈਪਟ ਜਿਹੜਾ ਇਹ ਅਜੇ ਮਨੁੱਖ ਦੀ ਸਮਝ ਤੋਂ ਬਾਹਰ ਰਹਿ ਗਿਆ ਹੋਏਗਾ। ਇਸ ਕਰਕੇ ਮਨੁੱਖ ਇੰਨੇ ਯਤਨ ਕਰਨ ਦੇ ਬਾਵਜੂਦ ਵੀ ਉੱਥੇ ਦਾ ਉੱਥੇ ਖਲੋਤਾ ਹੋਇਆ, ਖੜੋਤ ਆ ਗਈ ਹੈ ਜੀਵਨ ਦੇ ਅੰਦਰ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਮਹਾਰਾਜ ਕਹਿੰਦੇ ਨੇ, ਅਣਗਿਣਤ ਹੀ ਹਨ ਐਸੇ ਮੂਰਖ, ਪਰਖ ਵਾਲੀ ਬੁੱਧੀ ਤੋਂ ਵਾਂਝਾ ਹੈ, ਫਿਰ ਵੀ ਆਪਣੀ ਤੋਸ਼ ਬੁੱਧੀ ਉੱਤੇ ਜਿੱਦ ਤੇ ਹੱਠ ਦੇ ਨਾਲ ਅੜਿਆ ਰਹਿੰਦਾ ਹੈ। ਗੁਰੂ ਦੇਵ ਆਖਦੇ ਨੇ ਐਸੇ ਅਣਗਿਣਤ ਹੀ ਹਨ। ਇਸ ਸੁਭਾਵ ਦੀ ਗੱਲ ਗੁਰੂ ਸਾਹਿਬ ਨੇ ਕੀਤੀ। ਇਹ ਸੁਭਾਅ ਸਾਡੇ ਅੰਦਰ ਵੀ ਵਾਪਰਿਆ, ਸਾਡੇ ਅੰਦਰ ਵੀ ਵਾਪਰਦਾ ਹੈ। ਅਸੀਂ ਵੀ ਕਈ ਵਾਰ ਐਸੀਆਂ ਆਦਤਾਂ ਦੇ ਸ਼ਿਕਾਰ ਹੁੰਦੇ ਹਾਂ, ਔਰ ਕਈ ਵਾਰ ਸਾਡੇ ਅੰਦਰ ਵੀ ਐਸੀ ਪ੍ਰਵਿਰਤੀ ਜਿਹੜੀ ਹੈ ਉਹ ਜਨਮ ਲੈ ਲੈਂਦੀ, ਔਰ ਅਸੀਂ ਉਹਦੇ ਮੁਤਾਬਕ ਢਲਦੇ ਰਹਿੰਦੇ ਹਾਂ। ਦੂਸਰਾ ਸ਼ਬਦ ਮਹਾਰਾਜ ਨੇ ਵਰਤਿਆ ਅੰਧ ਘੋਰ ਮੂਰਖ, ਪਰਲੇ ਦਰਜੇ ਦੇ ਮੂਰਖ, ਬਹੁਤ ਹੀ ਜ਼ਿਆਦਾ ਅਗਿਆਨੀ। ਅਣਗਿਣਤ ਹੀ ਹਨ ਐਸੇ ਜਿਹੜੇ ਮੂਰਖ ਹਨ, ਮੂੰਹ ਰੱਖਣ ਵਾਲੇ ਹਨ, ਔਰ ਪਰਲੇ ਦਰਜੇ ਦੇ ਅਗਿਆਨੀ ਮਹਾ ਮੂਰਖ ਹਨ। ਸਤਿਗੁਰੂ ਆਖਦੇ ਨੇ ਐਸੇ ਜੀਵ ਵੀ ਇਸ ਤੇਰੀ ਵਿਸ਼ਾਲ ਕੁਦਰਤ ਵਿੱਚ ਮੌਜੂਦ ਨੇ, ਮੈਂ ਕੀ ਬਿਆਨ ਕਰ ਸਕਦਾ ਹਾਂ। ਅਸੰਖ ਚੋਰ ਹਰਾਮ ਖੋਰ, ਚੋਰ ਦਾ ਅਰਥ ਹੁੰਦਾ ਜਿਹੜਾ ਪਰਾਇਆ ਮਾਲ, ਪਰਾਈ ਵਸਤੂ ਚੁੱਕ ਲੈਂਦਾ ਹੈ। ਇੱਕ ਹੁੰਦਾ ਲੁਟੇਰਾ, ਰਸਤੇ ਦੇ ਵਿੱਚ ਜਾਂਦਿਆਂ ਹੋਇਆਂ ਸਾਨੂੰ ਧਮਕਾ ਕੇ, ਡਰਾ ਕੇ, ਜਾਨੋਂ ਮਾਰਨ ਦੀ ਧਮਕੀ ਦੇ ਕੇ ਜਾਂ ਮਾਰ ਕੇ ਸਾਡੇ ਕੋਲੋਂ ਕੁਝ ਲੁੱਟ ਲਵੇ, ਖੋਹ ਲਵੇ, ਖਿੰਝ ਲਵੇ, ਉਹਨੂੰ ਅਸੀਂ ਲੁਟੇਰਾ ਕਹਿੰਦੇ ਹਾਂ। ਇੱਕ ਹੁੰਦਾ ਹੈ ਠੱਗ, ਜਿਹੜਾ ਸਾਨੂੰ ਕਿਸੇ ਝਾਂਸੇ ਵਿੱਚ, ਲਾਲਚ ਵਿੱਚ ਫਸਾ ਕੇ ਜਾਂ ਕਿਸੇ ਭੈ ਦੇ ਰਾਹੀਂ ਜਾਂ ਡਰ ਦੇ ਰਾਹੀਂ ਸਾਡੇ ਦਿਮਾਗ ਨੂੰ ਇੱਕ ਤਰ੍ਹਾਂ ਨਾਲ ਆਪਣੇ ਕੰਟਰੋਲ ਵਿੱਚ ਕਰ ਲਵੇ, ਸਾਨੂੰ ਸਬਜ਼ ਬਾਗ ਵਿਖਾ ਦੇਵੇ, ਲਾਲਚ ਵਿਖਾ ਦੇਵੇ, ਸਾਨੂੰ ਕਿਸੇ ਢੰਗ ਦੇ ਨਾਲ ਮਾਨਸਿਕ ਤੌਰ ਦੇ ਉੱਤੇ ਪ੍ਰਭਾਵਿਤ ਕਰਕੇ ਸਾਡੇ ਕੋਲੋਂ ਕੁਝ ਹਥਿਆ ਕੇ ਲੈ ਜਾਏ। ਇਹਨੂੰ ਅਸੀਂ ਕਹਿੰਦੇ ਠੱਗੀ ਵੱਜ ਗਈ ਏ, ਧੋਖਾ ਹੋ ਗਿਆ। ਤੇ ਇੱਕ ਸ਼ਬਦ ਹੈ ਚੋਰ। ਚੋਰ ਦਾ ਕਰਤੱਵ ਹੁੰਦਾ ਹੈ ਹਮੇਸ਼ਾ ਹੀ ਪਿੱਠ ਪਿੱਛੇ ਕਿਸੇ ਦੀ ਵਸਤੂ ਨੂੰ ਚੁੱਕ ਲੈਣਾ। ਚੋਰ ਕਦੇ ਅੱਖ ਚੱਕ ਪਾ ਕੇ ਗੱਲ ਨਹੀਂ ਕਰਦਾ। ਚੋਰ ਹਮੇਸ਼ਾ ਸਾਡੇ ਤੋਂ ਨਜ਼ਰਾਂ ਚੁਰਾਉਂਦਾ ਹੈ, ਔਰ ਹਮੇਸ਼ਾ ਸਾਡੀ ਪਿੱਠ ਭਾਲਦਾ ਹੈ ਵੀ ਇਹ ਵਿਅਕਤੀ ਮੈਨੂੰ ਵੇਖਦਾ ਨਾ ਹੋਵੇ। ਔਰ ਇਹ ਤਾਂ ਬਹੁਤ ਹੀ ਚੰਗਾ ਹੈ ਵੀ ਕੋਈ ਵੀ ਵਿਅਕਤੀ ਮੈਨੂੰ ਨਾ ਵੇਖਦਾ ਹੋਵੇ, ਕਿਉਂਕਿ ਚੋਰੀ ਦਾ ਸਬੂਤ ਪਿੱਛੇ ਤਾਂ ਹੀ ਰਹਿ ਸਕਦਾ ਹੈ ਜੇਕਰ ਕੋਈ ਕਲੂ ਰਹਿ ਜਾਏ, ਕੋਈ ਐਸਾ ਵਿਅਕਤੀ ਮੈਨੂੰ ਵੇਖਦਾ ਹੋਵੇ ਵੀ ਫਲਾਨਾ ਵੇਖ ਰਿਹਾ, ਮੈਂ ਉਹਦੀ ਚੀਜ਼ ਕਿਵੇਂ ਚੁੱਕ ਸਕਦਾ। ਕੱਲ ਨੂੰ ਕੋਈ ਗੱਲ ਹੋਈ, ਕਈ ਦੱਸ ਦੇਗਾ ਫਲਾਨੇ ਨੂੰ ਮੈਂ ਚੁੱਕਦਿਆਂ ਵੇਖਿਆ। ਤੂੰ ਚੋਰ ਵਾਸਤੇ ਹਨੇਰਾ, ਚੋਰ ਵਾਸਤੇ ਪਿੱਠ ਬੜੀ ਵਧੀਆ ਹੈ। ਉਹ ਸਾਡੀ ਪਿੱਠ ਭਾਲਦਾ ਵੀ ਇਹ ਵੇਖਦਾ ਨਾ ਹੋਵੇ, ਇਹਦੀ ਪਿੱਠ ਹੋਵੇ ਮੇਰੇ ਵੱਲ ਤੇ ਮੇਰਾ ਕੰਮ ਸੌਖਾ ਹੈ। ਪਰਾਇਆ ਮਾਲ ਚੁਰਾਉਣ ਵਾਲੇ, ਪਰਾਈ ਵਸਤੂ ਨੂੰ ਚੁੱਕ ਲੈਣ ਵਾਲੇ। 8ਵੇਂ ਪਾਤਸ਼ਾਹ ਹਜ਼ੂਰ ਜੀ ਦੇ ਜੀਵਨ ਦਾ ਅਸੀਂ ਜਿਸ ਵੇਲੇ ਇਤਿਹਾਸ ਦੇ ਵਿੱਚੋਂ ਵਿਵਰਣ ਪੜ੍ਹਦੇ ਹਾਂ, ਮਹਾਰਾਜ ਦੇ ਜੀਵਨ ਵਿੱਚ ਇੱਕ ਗਾਥਾ ਆਉਂਦੀ ਹੈ, ਗੱਲ ਹੈ ਅਸਰ ਹੋ ਜਾਣ ਦੀ। 8ਵੇਂ ਪਾਤਸ਼ਾਹ ਮਹਾਰਾਜ ਦਾ ਕੀਰਤਪੁਰ ਵਿਖੇ ਦੀਵਾਨ ਸਜਿਆ ਹੋਇਆ ਹੈ ਤੇ ਸੰਗਤ ਵਿੱਚ ਗੁਰੂ ਕੇ ਰਬਾਬੀ ਸਿੱਖ ਜਿਹੜੇ ਹਨ ਉਹ ਕੀਰਤਨ ਕਰ ਰਹੇ ਹਨ, ਔਰ ਕੀਰਤਨ ਕਰਦੇ ਉਹ ਬਾਰ-ਬਾਰ ਸ਼ਬਦ ਦੀਆਂ ਪੰਕਤੀਆਂ ਪੜ੍ਹ ਰਹੇ ਸਨ। ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ, ਸੁਣ ਮਨ ਅੰਧੇ ਕੁੱਤੇ ਕੂੜਿਆਰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸ਼ਬਦ ਪੜਿਆ ਜਾ ਰਿਹਾ। ਇੱਕ ਚੋਰੀ ਕਰਨ ਵਾਲਾ ਜਿਹਦਾ ਪੇਸ਼ਾ ਹੈ ਚੋਰੀ ਕਰ ਲੈਣਾ, ਚੀਜ਼ਾਂ ਚੁਰਾ ਲੈਣੀਆਂ, ਕਿਸੇ ਦੀ ਕੋਈ ਵਸਤੂ ਚੁੱਕ ਲਈ, ਕਿਸੇ ਦੀ ਕੋਈ ਵਸਤੂ ਚੁੱਕ ਲਈ, ਔਰ ਇਸ ਤਰ੍ਹਾਂ ਚੁੱਕਾ ਕੇ ਹੀ ਉਹ ਆਪਣੇ ਜੀਵਨ ਦਾ ਗੁਜ਼ਾਰਾ ਤੋਰਦਾ ਹੈ। ਉਹ ਵੀ ਸੰਗਤ ਵਿੱਚ ਬੈਠਾ ਹੋਇਆ। ਜਿਸ ਵੇਲੇ ਗੁਰੂ ਕੇ ਰਬਾਬੀ ਸਿੱਖ ਬਾਰ-ਬਾਰ ਇਸ ਸ਼ਬਦ ਦਾ ਕੀਰਤਨ ਕਰ ਰਹੇ ਸਨ, ਉਹ ਸੁਣ ਰਿਹਾ। ਸੁਣਦਿਆਂ ਹੁਣ ਕਿਸੇ ਨੂੰ ਤੇ ਨਹੀਂ ਪਤਾ ਆਲੇ ਦੁਆਲੇ ਵੀ ਇਹ ਬੰਦਾ ਚੋਰ ਹੈ। ਸਤ ਸੰਗਤ ਵਿੱਚ ਬੈਠਾ ਹੈ, ਦੂਜੇ ਵੀ ਸੁਣ ਰਹੇ ਨੇ, ਉਹ ਵੀ ਸੁਣ ਰਿਹਾ, ਪਰ ਚੋਰ ਨੂੰ ਖੁਦ ਨੂੰ ਤੇ ਪਤਾ ਹੈ ਨਾ ਕਿ ਮੈਂ ਚੋਰ ਹਾਂ। ਇਹ ਬੜੀ ਮਹੱਤਵਪੂਰਨ ਗੱਲ ਹੈ। ਕਿਸੇ ਦੂਸਰੇ ਨੂੰ ਨਹੀਂ ਪਤਾ ਵੀ ਮੈਂ ਕਿੱਡਾ ਵੱਡਾ ਠੱਗ ਹੋ ਸਕਦਾ, ਮੈਂ ਚੋਰ ਹਾਂ, ਮੇਰੇ ਮਨ 'ਚ ਕਿਹੋ ਜਿਹੇ ਵਿਕਾਰ ਨੇ, ਵਿਚਾਰ ਨੇ, ਮੈਂ ਅੰਦਰੋਂ ਕਿਹੋ ਜਿਹਾ, ਪਰ ਘੱਟੋ ਘੱਟ ਮੈਂ ਤਾਂ ਆਪਣੇ ਬਾਰੇ ਇੰਨਾ ਜਾਣਦਾ ਹੀ ਆ ਨਾ ਕਿ ਮੈਂ ਕਿਹੋ ਜਿਹਾ। ਉਹ ਵੱਖਰੀ ਗੱਲ ਏ। ਮਨੁੱਖ ਕਦੇ ਆਪਣੇ ਆਪ ਵਾਸਤੇ ਨਾ ਸਮਾਂ ਹੀ ਨਹੀਂ ਕੱਢਦਾ। ਉਦਾਹਰਣ ਦੇ ਤੌਰ ਤੇ ਕਦੇ ਸਾਨੂੰ ਪਤਾ ਲੱਗ ਜਾਏ ਨਾ ਵੀ ਸਾਡਾ ਕੋਈ ਔਗਣ ਫਲਾਣੇ ਬੰਦੇ ਨੂੰ ਪਤਾ ਹੈ, ਤੇ ਉਸ ਵਿਅਕਤੀ ਦੇ ਕੋਲ ਬਹਿਣ ਵਾਸਤੇ ਅਸੀਂ ਕਦੇ ਰਾਜੀ ਨਹੀਂ ਹੁੰਦੇ, ਕਿਉਂਕਿ ਸਾਨੂੰ ਡਰ ਹੁੰਦਾ ਹੈ, ਖਦਸ਼ਾ ਹੁੰਦਾ ਹੈ ਵੀ ਉਸ ਬੰਦੇ ਨੂੰ ਸਾਡੇ ਔਗਣ ਦਾ ਪਤਾ ਹੈ। ਜੇ ਮੈਂ ਉਹਦੇ ਕੋਲ ਬਹਿ ਗਿਆ ਸਮਾਂ ਕੱਢ ਕੇ, ਜਾਂ ਉਹ ਮੈਨੂੰ ਕਿਤੇ ਮਿਲਿਆ, ਐਵੇਂ ਕਿਤੇ ਗੱਲ ਕਰੇਗਾ, ਸੋ ਅਸੀਂ ਉਸ ਕੋਲੋਂ ਕੰਨ ਭੰਨਦੇ ਹਾਂ, ਚਿਰਾਉਂਦੇ ਹਾਂ ਆਪਣਾ ਆਪ, ਪਾਸੇ ਰੱਖਦੇ ਹਾਂ ਆਪਣੇ ਆਪ ਨੂੰ ਵੀ ਉਹ ਨਾ ਸਾਡੇ ਮੱਥੇ ਲੱਗੇ, ਨਾ ਕੋਲ ਬੈਠੇ, ਨਾ ਇਹ ਨੌਬਤ ਹੀ ਨਾ ਆਏ ਵੀ ਉਹ ਬੰਦਾ ਮੇਰੇ ਜੀਵਨ ਦੇ ਔਗਣ ਦੀ ਕੋਈ ਗੱਲ ਛੇੜੇ। ਕਈ ਵਾਰ ਵਿਚਾਰ ਕੇ ਵੇਖ ਲੈਣਾ, ਮਨੁੱਖ ਆਪਣੇ ਆਪ ਨਾਲ ਵੀ ਐਵੇਂ ਹੀ ਕਰਦਾ ਹੈ। ਕਿਸੇ ਨੂੰ ਪਤਾ ਹੋਵੇ ਨਾ ਹੋਵੇ, ਸਾਨੂੰ ਤੇ ਖੁਦ ਨੂੰ ਪਤਾ ਹੁੰਦਾ ਹੈ ਨਾ ਵੀ ਅਸੀਂ ਕੀ ਹਾਂ, ਸਾਡੇ ਅੰਦਰ ਕਿੰਨੇ ਔਗਣ ਨੇ, ਕੀ ਕੁਝ ਹੈ। ਸ਼ਾਇਦ ਇਸੇ ਕਰਕੇ ਮਨੁੱਖ ਆਪਣੇ ਆਪ ਨੂੰ ਵਿਚਾਰਦਾ ਨਹੀਂ, ਕਿਉਂਕਿ ਮਨੁੱਖ ਨੂੰ ਡਰ ਹੈ ਵੀ ਜੇ ਮੈਂ ਆਪਣੇ ਆਪ ਨੂੰ ਵਿਚਾਰਨ ਉੱਤੇ ਜ਼ੋਰ ਦੇ ਲਿਆ, ਆਪਣੇ ਆਪ ਨੂੰ ਮੈਂ ਵਿਚਾਰਨ ਲੱਗ ਪਿਆ, ਤੇ ਮੈਨੂੰ ਅਹਿਸਾਸ ਹੋਏਗਾ ਵੀ ਮੈਂ ਚੋਰ ਹਾਂ। ਇਸ ਗਿਲਾਨੀ ਤੋਂ ਬੰਦਾ ਬਚਣਾ ਚਾਹੁੰਦਾ ਹੈ, ਭੱਜਣਾ ਚਾਹੁੰਦਾ ਹੈ। ਇਸ ਕਰਕੇ ਮਨੁੱਖ ਆਪਣੇ ਆਪ ਨੂੰ ਪਛਾਣਨ, ਚੀਨਣ ਤੇ ਸਮਝਣ ਸਮਝਾਉਣ ਵਾਲੇ ਪੱਖੋਂ ਹਮੇਸ਼ਾ ਹੀ ਦੌੜਦਾ ਹੈ, ਹਮੇਸ਼ਾ ਹੀ ਭੱਜਦਾ ਹੈ। ਤੋ ਇਹ ਬੜੀ ਵੱਡੀ ਬਾਤ ਹੈ, ਮਨੁੱਖ ਆਪਣੇ ਆਪ ਨੂੰ ਜਾਣ ਲਵੇ ਵੀ ਮੈਂ ਕੀ ਹਾਂ। ਗੁਰੂ ਬਾਣੀ ਪੜ੍ਹਦੇ ਹੋ ਆਪ,
ਸਤਿਗੁਰੂ ਕਹਿੰਦੇ ਜਨ ਨਾਨਕ ਬਿਨ ਆਪਾ ਚੀਨੈ। ਕੀ ਹੈ ਆਪੇ ਨੂੰ ਚੀਨਣਾ, ਕੀ ਹੈ ਆਪੇ ਨੂੰ ਪਛਾਨਣਾ? ਆਪਣੇ ਅੰਦਰ ਦੇ ਗੁਣਾ ਔਰ ਔਗਣਾ ਪਰ ਵਿਚਾਰ ਕਰਨੀ, ਆਪਣੇ ਅੰਦਰ ਦਾ ਚਿੱਟਾ ਔਰ ਕਾਲਾ ਪਾਸਾ ਵੇਖਣਾ, ਆਪਣੇ ਅੰਦਰ ਦੀਆਂ ਚੰਗਿਆਈਆਂ ਤੇ ਬੁਰਾਈਆਂ ਬਾਬਤ ਮਨੁੱਖ ਨੇ ਜਾਣ ਲੈਣਾ ਵੀ ਮੇਰਾ ਕੀ ਹੈ ਅੰਦਰਲਾ ਪੱਖ, ਮੈਂ ਕੀ ਹਾਂ, ਮੇਰਾ ਕਿਰਦਾਰ ਆਪਣਾ ਕਿੱਥੇ ਖੜਾ ਹੈ। ਇਸ ਗੱਲ ਨੂੰ ਮਨੁੱਖ ਨੇ ਗੁਰੂ ਕੇ ਉਪਦੇਸ਼ ਦੇ ਰਾਹੀਂ ਵਿਚਾਰਨ ਦੀ ਕੋਸ਼ਿਸ਼ ਕਰਨੀ, ਸਮਝਣਾ ਹੈ ਆਪਣੇ ਆਪ ਨੂੰ ਵੀ ਮੈਂ ਵੀ ਆਪਣੇ ਆਪ ਨੂੰ ਜਾਣ ਲਵਾਂ ਮੈਂ ਕੀ ਹਾਂ। ਦੂਜਿਆਂ ਬਾਰੇ ਤੇ ਮਨੁੱਖ ਕਹਿ ਦਿੰਦਾ ਬੜਾ ਸੌਖ ਹੈ। ਕਿਸੇ ਬਾਬਤ ਸਾਨੂੰ ਕੋਈ ਕਵੇ ਕਾਪੀ ਪੈਨ ਲੈ ਲਓ ਤੇ ਨੋਟ ਕਰੋ ਉਸ ਆਦਮੀ ਦੇ ਔਗਣ ਕਿੰਨੇ ਨੇ, ਅਸੀਂ ਸ਼ਾਇਦ ਕਾਪੀ ਭਰ ਜਾਏਗੀ ਲਿਖਦੇ ਜਾਵਾਂਗੇ, ਸਾਨੂੰ ਉਹਦੀਆਂ ਘਟਨਾਵਾਂ ਯਾਦ ਨੇ, ਗੱਲਾਂ ਯਾਦ ਨੇ, ਨੋਟ ਕਰਦੇ ਰਹਾਂਗੇ। ਅਗਰ ਸਾਨੂੰ ਕੋਈ ਕਹੇ ਤੁਸੀਂ ਆਪਣੇ ਔਗਣ ਨੋਟ ਕਰੋ ਤਾਂ ਸ਼ਾਇਦ ਮੇਰਾ ਖਿਆਲ ਇੱਕ ਲਾਈਨ ਉੱਤੇ ਵੀ ਗੱਲ ਰੁਕ ਜਾਏਗੀ, ਪਹਿਲਾ ਅੱਖਰ ਹੀ ਨਹੀਂ ਪਏ ਮੇਰੇ 'ਚ ਕੀ ਔਗਣ ਹੋ ਸਕਦਾ ਹੈ ਭਲਾ। ਤੁਸੀਂ ਦੇਖਦੇ ਹੋ ਸਮਾਜ ਵਿੱਚ ਬੰਦਾ ਵਿਚਰਦਿਆਂ ਹੋਇਆਂ ਕਹਿੰਦਾ ਹੈ ਮੈਂ ਫਲਾਣੇ ਦਾ ਫਲਾਨੀ ਜਗ੍ਹਾ ਭਲਾ ਕੀਤਾ ਹੈ, ਫਲਾਣੇ ਮਨੁੱਖ ਨੂੰ ਫਲਾਨੀ ਜਗ੍ਹਾ ਮੈਂ ਆਹ ਸੁੱਖ ਦਿੱਤਾ ਹੈ, ਮੇਰੀ ਵਜ੍ਹਾ ਨਾਲ ਫਲਾਣੇ ਦਾ ਐਵੇਂ ਚੰਗਾ ਹੋਇਆ। ਜੇਕਰ ਮਨੁੱਖ ਨੂੰ ਪੁੱਛਿਆ ਜਾਏ ਵੀ ਤੁਸੀਂ ਦੱਸੋ ਤੁਹਾਡੇ ਨਾਲ ਧੱਕਾ ਕਿਹਨੇ ਕੀਤਾ ਹੈ, ਬੰਦਾ ਆਖੇਗਾ ਫਲਾਣੇ ਨੇ ਫਲਾਨੀ ਜਗ੍ਹਾ ਮੇਰੇ ਨਾਲ ਮਾੜਾ ਕੀਤਾ, ਉਹਨੇ ਦੂਸਰਿਆਂ ਦੇ ਔਗਣ ਗਿਣੇਗਾ, ਆਪਣੇ ਨਾਲ ਹੋਏ ਧੱਕੇ ਗਿਣੇਗਾ ਤੇ ਆਪਣੇ ਗੁਣ ਗਿਣੇਗਾ, ਦੂਸਰਿਆਂ ਤੇ ਜਿਹੜੇ ਉਪਕਾਰ ਕੀਤੇ ਨੇ ਉਹਨਾਂ ਦੀ ਬੜੀ ਵੱਡੀ ਲਿਸਟ ਬਣਾ ਲਵੇਗਾ। ਪਰ ਹੁਣ ਉਲਟਾ ਕਰ ਦਿਓ, ਮਨੁੱਖ ਨੂੰ ਕਹੋ ਵੀ ਹੁਣ ਤੂੰ ਇਹ ਗਿਣ ਵੀ ਦੂਸਰਿਆਂ ਨੇ ਤੇਰੇ ਉੱਤੇ ਕੀ ਕੀ ਉਪਕਾਰ ਕੀਤਾ ਹੈ ਤੇ ਤੂੰ ਕਿਹਦੇ ਨਾਲ ਧੱਕਾ ਕੀਤਾ ਹੈ। ਮਨੁੱਖ ਸੋਚਾਂ 'ਚ ਪੈ ਜਾਏਗਾ, ਚੇਤਾ ਨਹੀਂ ਆਏਗਾ, ਚੇਤਾ ਹੀ ਨਹੀਂ, ਕਹੇਗਾ ਮੈਂ ਕਿੱਥੇ ਧੱਕਾ ਕੀਤਾ ਹੈ, ਮੈਂ ਤਾਂ ਭਲਾ ਹੀ ਕੀਤਾ ਹੈ ਅੱਜ ਤੱਕ, ਬੁਰਾ ਹੋਇਆ ਤੇ ਮੇਰਾ ਹੋਇਆ, ਮੈਂ ਤਾਂ ਕਿਸੇ ਦਾ ਬੁਰਾ ਨਹੀਂ। ਹਾਂ ਮੇਰੇ ਨਾਲ ਕਿਹਨੇ ਚੰਗਾ ਕੀਤਾ, ਫਲਾਣੇ ਨੇ, ਹਾਂ ਉਹਦਾ ਕੋਈ ਗੁਣ ਨਹੀਂ, ਉਹ ਤਾਂ ਮੇਰੀ ਮਿਹਨਤ ਹੀ ਇੰਨੀ ਸੀ ਵੀ ਮੈਨੂੰ ਇਹ ਚੀਜ਼ ਮਿਲ ਗਈ, ਕਮਾਲ ਹੈ। ਔਰ ਹਰ ਵਿਅਕਤੀ ਹੀ ਇਸ ਸੋਚ ਦੇ ਵਿੱਚ ਗ੍ਰਸਤ ਹੈ, ਹਰ ਵਿਅਕਤੀ ਹੀ ਇਹ ਵਿਚਾਰਾਂ ਦਾ ਧਾਰਨੀ ਬਣਿਆ ਬੈਠਾ ਹੈ ਵੀ ਜਿੰਨੀ ਚੰਗਿਆਈ ਮੈਂ ਵੰਡੀ ਹੈ ਕਿਸੇ ਨਹੀਂ ਵੰਡੀ, ਔਰ ਜਿੰਨਾ ਬੁਰਾ ਕੀਤਾ ਦੂਸਰਿਆਂ ਨੇ ਮੇਰੇ ਨਾਲ ਕੀਤਾ। ਚਲਦਿਆਂ ਹਰ ਵਿਅਕਤੀ ਦਾ ਵਿਚਾਰ ਹੀ ਐਸਾ ਤੁਹਾਨੂੰ ਮਿਲੇਗਾ, ਹਰ ਵਿਅਕਤੀ ਅੰਦਰੋਂ ਇੱਥੇ ਖਲੋਤਾ ਹੋਇਆ ਤੁਹਾਨੂੰ ਦਿਸ ਪਏਗਾ। ਕਦੇ ਅਸੀਂ ਘੋਖ ਕੇ ਦੇਖੀਏ ਇਸ ਗੱਲ ਦਾ ਕਾਰਨ ਕੀ ਹੈ, ਵਜ੍ਹਾ ਕੀ ਹੈ, ਬੰਦਾ ਐਵੇਂ ਕਿਉਂ ਸੋਚਦਾ ਹੈ? ਐਵੇਂ ਤਾਂ ਕਰਕੇ ਸੋਚਦਾ ਵੀ ਕਦੇ ਵਕਤ ਕਦੇ ਸਮਾਂ ਆਪਣੇ ਆਪ ਬਾਬਤ ਮਨੁੱਖ ਨੇ ਕੱਢਿਆ ਹੀ ਨਹੀਂ, ਆਪਣੇ ਆਪ ਤੋਂ ਭੱਜਦਾ ਹੈ, ਆਪਣੇ ਆਪ ਨਾਲ ਨਜ਼ਰਾਂ ਨਹੀਂ ਮਿਲਾਉਂਦਾ, ਆਪਣੇ ਆਪ ਦੀ ਵਿਚਾਰ ਨਹੀਂ ਕਰਦਾ। ਤੋਂ ਭਾਗਸ਼ਾਲੀ ਹਨ ਉਹ ਵਿਅਕਤੀ ਜਿਹੜੇ ਆਪਣੇ ਆਪ ਨੂੰ ਚੀਨਦੇ ਹਨ, ਪਛਾਣਦੇ ਹਨ, ਜਾਣ ਲੈਂਦੇ ਹਨ। ਤਾਰੀਖ ਕਹਿੰਦੀ ਏ ਗੁਰੂ ਨਾਨਕ ਸਾਹਿਬ ਨੇ ਤਾਂ ਸ਼ਬਦ ਹੀ ਗਾਇਆ ਵੀ ਉਜਲ ਕਹਿਹਾਂ ਚਿਲਕਣਾ ਘੋਟਿਮ ਕਾਲੜੀ ਮਸ, ਸੱਜਣ ਨੇ ਸੁਣ ਲਿਆ ਆਪੇ ਹੀ ਆ ਕੇ ਕਬੂਲ ਕਰ ਲਿਆ। ਮਹਾਰਾਜ ਮੈਂ ਤਾਂ ਐਸਾ, ਹਜ਼ੂਰ ਨੇ ਆਖਿਆ ਵੀ ਚਲੋ ਜੇ ਤੁਸੀਂ ਮਹਿਸੂਸ ਕਰਦੇ ਹੋ ਤਾਂ ਫਿਰ ਬਦਲ ਵੀ ਜਾਣਾ ਚਾਹੀਦਾ। ਠੀਕ ਇਸੇ ਤਰ੍ਹਾਂ ਉਸ ਚੋਰ ਨੇ ਵੀ ਸੁਣਿਆ। ਸ਼ਬਦ ਦੀ ਸਮਾਪਤੀ ਹੋਈ, 8ਵੇਂ ਪਾਤਸ਼ਾਹ ਹਜ਼ੂਰ ਦੇ ਚਰਨਾਂ 'ਚ ਆ ਕੇ ਹੱਥ ਜੋੜ ਕੇ ਮਹਾਰਾਜ ਮੈਂ ਖਿਮਾ ਚਾਹੁੰਦਾ। ਹਜ਼ੂਰ ਨੇ ਆਖਿਆ ਵੀ ਕਿਸ ਗੱਲ ਦੀ ਮੁਆਫੀ ਮੰਗਦਾ? ਕਹਿਣ ਲੱਗਿਆ ਮਹਾਰਾਜ ਮੈਂ ਅੱਜ ਤੱਕ ਬੜੀ ਚੋਰੀ ਚਕਾਰੀ ਕੀਤੀ ਏ, ਬਹੁਤ ਮੰਦੇ ਕਰਮ ਕੀਤੇ ਨੇ, ਮੈਂ ਕਿਰਤ ਤੋਂ ਭੱਜਿਆ ਹੋਇਆ, ਆਪਣੀ ਮਿਹਨਤ ਤੋਂ ਭੱਜਿਆ ਹੋਇਆ, ਮਿਹਨਤ ਤਾਂ ਕਰਦਾ ਪਰ ਦੂਜੇ ਦੀ ਚੀਜ਼ ਨੂੰ ਚੁੱਕ ਕੇ ਤਸੱਲੀ ਹੁੰਦੀ ਹੈ ਤੇ ਉਹਦੇ ਨਾਲ ਹੀ ਸਾਰਾ ਕੁਝ ਚੱਲਦਾ ਹੈ। ਮਹਾਰਾਜ ਨੇ ਆਖਿਆ ਤੂੰ ਮਹਿਸੂਸ ਕਰਦਾ ਵੀ ਤੂੰ ਗਲਤ ਕਰ ਰਿਹਾ? ਕਹਿਣ ਲੱਗਾ ਜੀ ਹਾਂ। ਆ ਸ਼ਬਦ ਸੁਣੇ ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ। ਆਪ ਔਗਣ ਕਰਦਾ ਨਾ ਤੇ ਆਪਣੇ ਅੰਦਰੋਂ ਆਵਾਜ਼ ਆਉਂਦੀ ਹੈ ਵੀ ਕੰਮ ਤੇ ਚੰਗਾ ਨਹੀਂ, ਚਲੋ ਖੈਰ। ਲਾਲਚ ਪ੍ਰਭਾਵ ਪਾ ਲੈਂਦਾ, ਸਵਾਰਥ ਪ੍ਰਭਾਵ ਪਾ ਲੈਂਦਾ, ਤ੍ਰਿਸ਼ਨਾ ਪ੍ਰਭਾਵ ਪਾ ਲੈਂਦੀ ਹੈ, ਮਨ ਕਹਿੰਦਾ ਵੀ ਰਹਿੰਦਾ, ਅੰਦਰੋਂ ਆਵਾਜ਼ ਵੀ ਨਾ ਕਰ ਅੰਦਰ ਦਾ ਥੋੜਾ ਬਹੁਤ ਜੋ ਵਿਵੇਕ ਹੈ ਉਹ ਕਦੇ ਕਦੇ ਅੰਦਰੋਂ ਹੁੱਜਾ ਮਾਰਦਾ। ਉਸ ਗੱਲ ਨੂੰ ਅਣਸੁਣਿਆ ਕਰਕੇ, ਉਸ ਗੱਲ ਨੂੰ ਦਰਕਿਨਾਰ ਕਰਕੇ, ਉਸ ਪਾਸੇ ਵੱਲ ਧਿਆਨ ਨਾ ਦੇ ਕੇ ਬੰਦਾ ਫਿਰ ਆਪਣੇ ਆਪ ਵੱਲ ਕਰਮ ਉਹੀ ਕਰਦਾ ਜਿਹਦਾ ਪ੍ਰਭਾਵ ਪੈ ਚੁੱਕਿਆ। ਸਤਿਗੁਰੂ ਮਹਾਰਾਜ ਆਪਣੇ ਮਨ ਨੂੰ ਸਮਝਾਉਣ ਵਾਲਾ ਬੜਾ ਕੀਮਤੀ ਸ਼ਬਦ ਗੁਰੂ ਕੇ ਸਿੱਖਾਂ ਨੇ ਪੜ੍ਹਿਆ, ਸੁਣ ਮਨ ਅੰਧੇ ਕੁੱਤੇ ਕੂੜਿਆਰ। ਹੇ ਅਗਿਆਨੀ, ਹੇ ਕੁੱਤੇ ਦੀ ਨਿਆਈ ਭੌਂਕਣ ਵਾਲੇ, ਆਪਣਾ ਹੀ ਭਾਸ਼ਣ ਝਾੜਨ ਵਾਲੇ, ਹੇ ਝੂਠੇ ਕੂੜਿਆਰ ਮਨ ਸੁਣ ਤੂੰ ਕਿੱਥੇ ਖਲੋਤਾ ਹੋਇਆ। ਅੱਜ ਪਹਿਲੀ ਦਫਾ ਮਹਾਰਾਜ ਸੰਗਤ ਵਿੱਚ ਬੈਠਿਆ ਹੋਇਆ ਨਾ ਆਪਣੇ ਆਪ ਨੂੰ ਸਮਝਣ ਤੇ ਸਮਝਾਉਣ ਦਾ। ਅੱਜ ਮੈਂ ਆਪਣੇ ਆਪ ਨਾਲ ਨਜ਼ਰਾਂ ਮਿਲਾਈਆਂ ਨੇ, ਅੱਜ ਮੈਂ ਆਪਣੇ ਆਪ ਨੂੰ ਵੇਖਿਆ। ਅੱਜ ਕਿਸੇ ਨੇ ਨਹੀਂ, ਮੈਨੂੰ ਆਪਣੇ ਆਪ ਨੂੰ ਸਮਝਾਇਆ ਵੀ ਤੂੰ ਕੀ ਕਰ ਰਿਹਾ, ਕੀ ਹੈ ਤੂੰ। ਅੱਜ ਮੈਂ ਆਪਣੇ ਆਪ ਨੂੰ ਵੇਖਿਆ ਹੈ, ਚੋਰ ਤੋਂ ਬਿਨਾਂ ਮੇਰੇ ਅੰਦਰ ਕੀ ਹੈ, ਔਗਣ ਤੋਂ ਬਿਨਾਂ ਮੇਰੇ ਅੰਦਰ ਮੈਨੂੰ ਕੁਝ ਨਜ਼ਰ ਨਹੀਂ ਆਇਆ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਅਗਰ ਕੋਈ ਮੈਨੂੰ ਚੋਰ ਆਖੇ ਤੇ ਗੁੱਸਾ ਆਉਂਦਾ, ਅੱਜ ਮੇਰੇ ਆਪਣੇ ਆਪ ਨੇ ਮੈਨੂੰ ਚੋਰ ਆਖਿਆ ਤੇ ਮਹਿਸੂਸ ਹੋਇਆ ਜੇ ਤੂੰ ਆਪਣੀਆਂ ਨਜ਼ਰਾਂ ਦੇ ਵਿੱਚ ਹੀ ਚੋਰ ਹੈ ਤੇ ਦੂਸਰੇ ਦੀਆਂ ਨਜ਼ਰਾਂ ਦੇ ਵਿੱਚ ਤਾਂ ਤੂੰ ਹੋਏਗਾ ਹੀ ਹੋਏਗਾ। ਇਸ ਕਰਕੇ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਸਮਝਾ ਤੇ ਆਪਣੇ ਆਪ ਨੂੰ ਸਵਾਰਨ ਦਾ ਯਤਨ ਕਰ। ਆਪ ਸਵਾਰੇ ਮੈਂ ਮਿਲਣ ਦਾ ਸਿਧਾਂਤ ਗੁਰਮਤਿ ਦਿੰਦੀ ਹੈ। ਸਤਿਗੁਰੂ ਆਖਦੇ ਹਨ ਗਿਣਤ ਹੀ ਹਨ ਚੋਰ, ਹਰਾਮਖੋਰ ਦਾ ਅਰਥ ਹੁੰਦਾ ਹੈ ਪਰਾਇਆ ਮਾਲ, ਪਰਾਈ ਵਸਤੂ ਚੁੱਕ ਕੇ ਖਾ ਲੈਣ ਵਾਲੇ, ਪਰਾਈ ਚੀਜ਼ ਉੱਤੇ ਅਧਿਕਾਰ ਕਰ ਲੈਣ ਵਾਲੇ, ਪਰਾਈ ਵਸਤੂ ਤੇ ਆਪਣਾ ਅਧਿਕਾਰ ਜਮਾ ਹਰਾਮਖੋਰ ਨੇ।
ਪਰਾਇਆ ਮਾਲ, ਪਰਾਈ ਵਸਤੂ, ਪਰਾਇਆ ਧਨ, ਪਰਾਏ ਪਦਾਰਥ, ਹਰ ਚੀਜ਼ ਪਰਾਈ ਹੈ। ਉਹ ਪਰਾਈਆਂ ਵਸਤੂਆਂ ਦੇ ਉੱਤੇ ਆਪਣਾ ਅਧਿਕਾਰ ਰੱਖਣ ਵਾਲੇ ਹਰਾਮਖੋਰ ਨੇ। ਅਸੰਖ ਅਮਰ ਕਰ ਜਾਹੇ ਜ਼ੋਰ, ਜ਼ੋਰ ਦਾ ਅਰਥ ਹੁੰਦਾ ਹੈ ਤਾਕਤ, ਅਮਰ ਦਾ ਅਰਥ ਹੁੰਦਾ ਹੈ ਦੂਸਰਿਆਂ ਦੇ ਉੱਤੇ ਵਧੀਕੀਆਂ ਕਰ ਜਾਣ ਵਾਲੇ, ਹੁਕਮ ਚਲਾਉਣ ਵਾਲੇ। ਜ਼ੋਰ ਦਾ ਅਰਥ ਹੈ ਜ਼ੁਲਮ ਕਰਨਾ, ਧੱਕਾ ਕਰਨਾ। ਆਪਣੇ ਹੁਕਮ ਨਾਲ, ਆਪਣੀ ਤਾਕਤ ਨਾਲ ਦੂਸਰਿਆਂ ਦੇ ਉੱਤੇ ਵਧੀਕੀਆਂ ਕਰਦੇ ਨੇ। ਮਨੁੱਖ ਦੇ ਜੀਵਨ ਨੂੰ ਕਦੇ ਪਰਖ ਕੇ ਵੇਖੀਏ, ਆਪਣੇ ਆਪ ਵਾਲੀ ਮਨੁੱਖ ਝਾਤ ਮਾਰੇ, ਇੱਕ ਗੱਲ ਦਾ ਅਹਿਸਾਸ ਹੋਏਗਾ। ਜਿੰਨੀ ਮਨੁੱਖ ਦੇ ਕੋਲ ਤਾਕਤ ਹੁੰਦੀ ਹੈ ਨਾ, ਜੇ ਮਨੁੱਖ ਦਾ ਮਨ ਬਿਫਰਿਆ ਹੋਇਆ ਹੈ, ਹੰਕਾਰ ਵਿੱਚ ਆਫਰਿਆ ਹੋਇਆ ਹੈ, ਤੇ ਸੁਭਾਵਿਕ ਜਿਹੀ ਗੱਲ ਹੈ, ਜਿੰਨੀ ਕੁ ਵੀ ਤਾਕਤ ਹੈ ਨਾ ਕਿਸੇ ਕੋਲ, ਭਾਵੇਂ ਥੋੜੀ ਹੈ ਭਾਵੇਂ ਜਿੱਥੇ ਉਹਦੀ ਚੱਲਦੀ ਹੈ ਨਾ, ਉੱਥੇ ਉਹ ਪੂਰਾ ਆਪਣਾ ਨਜ਼ਲਾ ਝਾੜਨ ਦੀ, ਹੰਕਾਰ ਪ੍ਰਗਟ ਕਰਨ ਦੀ ਕੋਸ਼ਿਸ਼ ਜ਼ਰੂਰ ਕਰਦਾ। ਕੋਈ ਜ਼ਰੂਰੀ ਨਹੀਂ ਬਹੁਤ ਵੱਡੀ ਪਦਵੀ ਉੱਤੇ ਬੈਠਾ ਹੋਇਆ ਹੀ। ਤੁਸੀਂ ਕਦੇ ਮਾਮੂਲੀ ਅਦਨੇ ਜਾਏ, ਜਿਹਦੇ ਕੋਲ ਕੋਈ ਬਹੁਤੀ ਵੱਡੀ ਪਦਵੀ ਵੀ ਨਹੀਂ ਹੈ ਤੇ ਆਮ ਅਦਨਾ ਜਿਹਾ ਬੰਦਾ ਹੈ, ਉਹਦੇ ਜੀਵਨ ਵਿੱਚ ਝਾਤ ਮਾਰ ਕੇ ਉਹ ਵੀ ਆਪਣੇ ਪੂਰੀ ਚਲਾਉਣ ਦੀ ਕੋਸ਼ਿਸ਼ ਕਰ ਰਿਹਾ। ਉਹ ਆਪਣੇ ਤੋਂ ਮਾੜੇ ਉੱਤੇ, ਆਪਣੇ ਤੋਂ ਕਮਜ਼ੋਰ ਉੱਤੇ। ਤੇ ਅਹਿਸਾਸ ਕਰਕੇ ਦੇਖੋ, ਜੇ ਇਸ ਬੰਦੇ ਨੂੰ ਏਡੀ ਉੱਚੀ ਪਦਵੀ ਮਿਲ ਜਾਏ ਤੇ ਇਹ ਉੱਥੇ ਬੈਠ ਕੇ ਨਿਆਂ ਕਿਉਂ ਨਹੀਂ ਕਰੇਗਾ? ਜੇ ਇਹ ਆਪਣੇ ਦਾਇਰੇ ਦੇ ਵਿੱਚ ਹੀ ਨਿਆਂ ਨਹੀਂ ਕਰ ਸਕਿਆ ਤੇ ਵੱਡੇ ਦਾਇਰੇ ਵਿੱਚ ਜਾ ਕੇ ਕੀ ਗੁਲ ਖਿਲਾਏਗਾ? ਬੰਦਾ ਕਈ ਵਾਰ ਸੋਚਦਾ, ਰਾਜਾ ਜ਼ੁਲਮ ਕਰਦਾ ਹੈ, ਉੱਚੀ ਪਦਵੀ ਤੇ ਬੈਠਾ ਜ਼ਾਲਮ ਹੈ, ਧੱਕਾ ਕਰਦਾ ਹੈ, ਮਾੜੇ ਦੇ ਉੱਤੇ ਜ਼ੁਲਮ ਹੋ ਰਿਹਾ ਹੈ। ਮੈਂ ਕਈ ਵਾਰ ਸੋਚਦਾ, ਸਤਿਗੁਰੂ ਨੇ ਬਾਣੀ ਦੇ ਅੰਦਰ ਰਾਜਿਆਂ ਬਾਬਤ ਵੀ ਇਹ ਗੱਲ ਕਹੀ ਹੈ, ਰਾਜੇ ਸ਼ੀ ਮੁਕੱਦਮ ਕੁੱਤੇ ਜਾਇਜ਼ ਗਾਇਨ, ਬੈਠੇ ਸੁੱਤੇ ਚਾਕਰ ਲਹਿੰਦਾ ਪਾਇਨ, ਘਾਉ ਰਤ ਪਿਤ ਕੁੱਤਿਓ ਚੱਟ ਜਾਓ। ਹੁਕਮ ਚਲਾਉਣ, ਫੈਸਲੇ ਦੇਣ ਵਾਲਿਆਂ ਬਾਬਤ ਕਹੀਏ। ਪਰ ਜਨ ਸਧਾਰਨ ਮਨੁੱਖ ਨੂੰ ਵੀ ਸਮਝਾਇਆ ਹੈ, ਬੰਦਿਆ ਆਪਣੇ ਅੰਦਰੋਂ ਕਮੀਆਂ ਦੂਰ ਕਰ, ਮੰਨ ਲੈ ਇਹੀ ਹੈਂਕੜ ਤੇਰੇ ਅੰਦਰ ਹੈ, ਇਹੀ ਹੈਂਕੜ ਵੱਡੀ ਪਦਵੀ ਤੇ ਬੈਠੇ ਹੋਏ ਦੇ ਅੰਦਰ, ਉਹਦੇ ਕੋਲ ਤਾਂ ਤਾਕਤ ਹੈ, ਉਹ ਆਪਣੀ ਹੈਂਕੜ ਨਾਲ ਜ਼ੁਲਮ ਕਰ ਰਿਹਾ ਹੈ। ਜੇ ਤੇਰੇ ਅੰਦਰ ਵੀ ਇਹ ਸੁਭਾਅ ਹੋਇਆ, ਕੱਲ ਨੂੰ ਜੇ ਤੈਨੂੰ ਵੀ ਮੌਕਾ ਦੇ ਦਿੱਤਾ ਗਿਆ, ਕਰੇਗਾ ਤੂੰ ਵੀ ਉਹ ਕੁਝ, ਕਿਉਂਕਿ ਬਿਮਾਰੀ ਤਾਂ ਤੇਰੇ ਅੰਦਰ ਵੀ ਉਹੀ ਹੈ ਜਿਹੜੀ ਬਿਮਾਰੀ ਉਹਦੇ ਅੰਦਰ ਹੈ। ਤੋ ਆਪੇ ਨੂੰ ਸਵਾਰਨ ਤੋਂ ਬਿਨਾਂ ਤੇ ਕੋਈ ਰਾਹ ਨਹੀਂ ਹੈ। ਆਪਣੇ ਆਪ ਨੂੰ ਸਵਾਰਨ ਤੋਂ ਬਿਨਾਂ ਕੋਈ ਦੂਸਰਾ ਮਾਰਗ, ਧਰਮ ਹੀ ਹੈ ਜਿਹੜਾ ਮਨੁੱਖ ਨੂੰ ਸਵਾਰ ਕੇ, ਸੁਧਾਰ ਕੇ, ਇਹਦੀਆਂ ਖੁਆਇਸ਼ਾਂ ਤੇ ਕਾਬੂ ਪਾ ਕੇ ਇਹਦੇ ਅੰਦਰ ਦੇ ਪਸ਼ੂ ਨੂੰ ਨੱਥ ਪਾ ਕੇ ਰੱਖ ਸਕਦਾ। ਹੋਰ ਕੋਈ ਤਰੀਕਾ ਹੀ ਨਹੀਂ ਹੈ। ਤੋ ਗਰੀਬ ਨਵਾਜ਼ ਪਾਤਸ਼ਾਹ ਜੀ ਆਖਦੇ ਨੇ, ਅਸੰਖ ਗਲ ਵੱਢ ਹੱਤਿਆ ਕਮਾਹੇ। ਗਲ ਵੱਢਣ ਵਾਲੇ, ਹੱਤਿਆ ਕਮਾਉਣ ਵਾਲੇ ਕਾਤਲ, ਅਨੇਕਾਂ ਹੀ ਕਾਤਲ ਨੇ ਜਿਹੜੇ ਕਤਲ ਕਮਾ ਰਹੇ ਨੇ, ਹੱਤਿਆ ਕਰ ਰਹੇ ਨੇ, ਦੂਸਰਿਆਂ ਨੂੰ ਮਾਰ ਰਹੇ ਨੇ। ਦਇਆ ਨਹੀਂ ਹੈ, ਤਰਸ ਨਹੀਂ ਹੈ ਅੰਦਰ, ਜ਼ਾਲਮਪੁਣਾ ਹੈ, ਪਸ਼ੂ ਬਿਰਤੀ ਹੈ, ਕਠੋਰ ਬਿਰਤੀ ਹੈ। ਉਹ ਦੂਸਰੇ ਦਾ ਜੀਵਨ ਸਮਾਪਤ ਕਰਦੇ ਨੇ ਆਪਣੇ ਹੱਥਾਂ ਦੇ ਨਾਲ। ਸਤਿਗੁਰੂ ਆਖਦੇ ਨੇ, ਅਸੰਖ ਪਾਪੀ ਪਾਪ ਕਰ ਜਾਏ, ਅਣਗਿਣਤ ਹਨ ਐਸੇ ਇਸ ਕੁਦਰਤ ਅੰਦਰ ਜਿਹੜੇ ਪਾਪੀ ਨੇ, ਪਾਪ ਕਰਦੇ ਹਨ, ਗੁਨਾਹ ਕਰਦੇ ਹਨ, ਮਲੀਨ ਸੋਚ ਵਾਲੇ ਨੇ ਤੇ ਮਲੀਨ ਸੋਚ ਦਾ ਹੀ ਪ੍ਰਗਟਾਵਾ ਕਰਦੇ ਨੇ। ਅਸੰਖ ਕੂੜਿਆਰ ਕੂੜੇ ਫਿਰਾਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਖਦੇ ਨੇ, ਅਨੇਕਾਂ ਹੀ ਕੂੜਿਆਰ ਨੇ, ਕੂੜਾ ਜੀਵਨ ਜੀਣ ਵਾਲੇ, ਝੂਠ ਦੇ ਨਾਲ ਲਬਰੇ, ਝੂਠ ਦੇ ਨਾਲ ਲਿਬੜੇ, ਝੂਠ ਕਮਾਉਣ ਵਾਲੇ ਤੇ ਝੂਠ ਵਿੱਚ ਹੀ ਰੁੱਝੇ ਰਹਿੰਦੇ ਨੇ। ਫਿਰਾਹੇਦਾਰ ਤੇ ਝੂਠ ਵਿੱਚ ਹੀ ਰੁੱਝੇ ਹੋਏ ਨੇ, ਝੂਠ ਹੀ ਉਹਨਾਂ ਦੀ ਖੁਰਾਕ ਤੇ ਉਹਨਾਂ ਦੀ ਜ਼ਿੰਦਗੀ ਦਾ ਮਕਸਦ ਬਣਿਆ ਪਿਆ। ਅਸੰਖ ਮਲੇਸ਼ ਮਲ ਭਖ ਖਾਹੇ। ਮਲੇਸ਼ ਦਾ ਅਰਥ ਹੈ ਮੈਲੀ ਇੱਛਾ ਵਾਲੇ, ਜਿਨ੍ਹਾਂ ਦੇ ਅੰਦਰ ਮੈਲੀਆਂ ਇੱਛਾਵਾਂ ਨੇ, ਮੈਲੀਆਂ ਵਾਸ਼ਨਾਵਾਂ ਨੇ। ਔਰ ਗਰੀਬ ਨਵਾਜ਼ ਮਹਾਰਾਜ ਆਖਦੇ ਨੇ, ਉਹ ਮੈਲਾ ਹੀ ਖਾਂਦੇ ਨੇ, ਮਲੀਨ ਸੋਚਦੇ ਹੀ ਧਾਰਨੀ ਨੇ, ਮਲੀਨਤਾ ਹੀ ਧਾਰਨ ਕਰਦੇ ਜਾ ਰਹੇ ਨੇ। ਇਹੋ ਉਹਨਾਂ ਦਾ ਖਾਜਾ ਬਣ ਚੁੱਕਿਆ, ਖੁਰਾਕ ਖਾਦ ਬਣ ਚੁੱਕਿਆ। ਅਸੰਖ ਨਿੰਦਕ ਸਿਰ ਕਰਹਿ ਭਾਰ। ਹਜ਼ੂਰ ਆਖਦੇ ਹਨ, ਗਿਣਤੀ ਹਨ ਜਿਹੜੇ ਨਿੰਦਾ ਦਾ ਭਾਰ ਚੁੱਕ ਰਹੇ ਨੇ। ਨਿੰਦਕ ਨੇ, ਨਿੰਦਾ ਦਾ ਅਰਥ ਸਮਝ ਲੈਣਾ, ਦੂਸਰੇ ਵਿਅਕਤੀ ਦੇ ਗੁਣ ਨੂੰ ਜਾਣ ਕੇ ਔਗਣ ਬਣਾ ਕੇ ਪੇਸ਼ ਕਰਨਾ। ਐਸੇ ਅਣਗਿਣਤ ਹਨ ਜਿਹੜੇ ਨਿੰਦਾ ਦਾ ਭਾਰ ਹੀ ਦਿਨ ਰਾਤ ਆਪਣੇ ਉੱਪਰ ਚੁੱਕ ਰਹੇ ਨੇ। ਨਾਨਕ ਨੀਚ ਕਹੇ ਵਿਚਾਰ। ਗਰੀਬ ਨਵਾਜ਼ ਆਖਦੇ ਨੇ, ਅਦਨਾ ਜਿਹਾ, ਨੀਚ ਦਾ ਅਰਥ ਹੈ ਅਦਨਾ ਜਿਹਾ, ਗਰੀਬੜਾ। ਨਾਨਕ ਇਹ ਬੇਨਤੀ ਕਰਦਾ ਹੈ, ਵਿਚਾਰ ਦੱਸ ਰਿਹਾ ਹੈ। ਕਈ ਸੱਜਣ ਇਸ ਦਾ ਅਰਥ ਕਰਦੇ ਨੇ, ਨਾਨਕ ਨੀਚ ਕਹੇ ਵਿਚਾਰ, ਨਾਨਕ ਨੀਚਾਂ ਦੀ ਇਹ ਵਿਚਾਰ ਦੱਸਦਾ। ਐਸਾ ਨਹੀਂ ਹੈ। ਸਤਿਗੁਰੂ ਨੇ ਬੜਾ ਨਿਮਰਤਾ ਪੂਰਵਕ ਸ਼ਬਦ ਆਪਣੇ ਆਪ ਲਈ ਵਰਤਿਆ। ਨੀਚ ਦਾ ਅਰਥ ਹੈ ਗਰੀਬੜਾ, ਨਿਮਾਣਾ। ਦਾਸ ਨਾਨਕ ਗਰੀਬੀ ਦੇ ਘਰ ਵਿੱਚ ਆ ਕੇ ਗੱਲ ਕਹਿੰਦਾ, ਇਹ ਵਿਚਾਰ ਦੱਸ ਰਿਹਾ ਹੈ। ਇਹ ਸਮੁੱਚਾ ਜੋ ਉੱਪਰ ਦਿੱਤਾ ਹੋਇਆ ਜ਼ਿਕਰ ਹੈ, ਇਹ ਕਿਹਾ ਗਿਆ ਹੈ। ਪਰ ਹੇ ਅਕਾਲ ਪੁਰਖ ਵਾਹਿਗੁਰੂ, ਮੈਂ ਕਬੂਲ ਕਰਦਾ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਮੈਂ ਇੱਕ ਵਾਰ ਵੀ ਤੈਥੋਂ ਵਾਰਨੇ ਨਹੀਂ ਜਾ ਸਕਦਾ। ਮੇਰੀ ਕੀ ਪਾਇਆ ਮੈਂ ਤੇਰੇ ਬਾਰੇ ਕੁਝ, ਤੇਰੀ ਵਿਸ਼ਾਲ ਕੁਦਰਤ ਬਾਰੇ ਕੋਈ ਦਾਵਾ ਕਰਾਂ। ਜੋ ਤੈਨੂੰ ਭਾਉਂਦਾ, ਜਿਹੜਾ ਜੀਵਨ ਤੈਨੂੰ ਚੰਗਾ ਲੱਗਦਾ, ਉਹੀ ਕਾਰ, ਉਹੀ ਕਰਮ ਮੇਰੇ ਵਾਸਤੇ ਭਲਾ ਹੈ। ਤੇ ਇਹ ਮੈਂ ਕਬੂਲ ਕਰਦਾ, ਤੂੰ ਸਦੀਵ ਕਾਲ ਰਹਿਣ ਵਾਲਾ ਹੈ, ਨਿਰਾਕਾਰ ਹੈ। ਸਤਿਗੁਰੂ ਸੱਚੇ ਪਾਤਸ਼ਾਹ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨ। ਸਭਨਾਂ ਦਾ ਧੰਨਵਾਦ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।